ਦੁੱਖ ਦੇ ਉੱਤੇ ਠੰਡ ਦੇ ਵਿੱਚ ਕਦੇ ਕੋਈ ਸ਼ਹੀਦ ਹੋ ਗਿਆ, ਕਦੇ ਕਿਸੇ ਘਟਨਾ ਦੇ ਵਿੱਚ ਕੋਈ ਨੌਜਵਾਨ ਟਰਾਲੀ ਤੋਂ ਡਿੱਗ ਕੇ ਮਰ ਗਿਆ, ਕਦੇ ਕੁਝ ਹੋ ਗਿਆ, ਕਦੇ ਕੁਝ ਹੋ ਗਿਆ। ਸੋ ਬਹੁਤ ਮੰਦਭਾਗੀ ਜਿਹੜੀਆਂ ਖਬਰਾਂ ਸਾਨੂੰ ਰੋਜ਼ ਸੁਣਨ ਨੂੰ ਮਿਲਦੀਆਂ ਨੇ, ਸਿਰਫ ਇਹ ਮੋਦੀ ਸਰਕਾਰ ਦੇ ਜਿਹੜੇ ਗਲ ਚ ਕੀਲਾ ਅੜਿਆ ਉਹਦੇ ਕਰਕੇ। ਜਿਹੜਾ ਹੁਣ ਕਿਸਾਨ ਉੱਤੇ ਰੋਡਾਂ ਦੇ ਉੱਪਰ ਬੈਠੇ ਨੇ, ਰੋਜ਼ ਦੇ ਉੱਪਰ ਬੈਠਿਆਂ ਨੂੰ ਜਿਹੜਾ ਇੰਨਾ ਪੈਸਾ ਆ ਰਿਹਾ ਉਹ ਕਿੱਥੋਂ ਆ ਰਿਹਾ? ਇਹ ਖਾਲਿਸਤਾਨੀਆਂ ਤੋਂ ਆ ਰਿਹਾ, ਫਲਾਨੀ ਜਗ੍ਹਾ ਤੋਂ ਆ ਰਿਹਾ, ਤੇ ਪਤਾ ਨਹੀਂ ਕੀ ਕੁਝ ਬੋਲੀ ਜਾ ਰਹੇ ਨੇ। ਇਹਨਾਂ ਨੂੰ ਪੁੱਛੋ ਜਦੋਂ ਇਹ ਤੋਂ ਪਹਿਲਾਂ ਜਗ੍ਹਾ ਜਗ੍ਹਾ ਤੇ ਜਿਹੜੇ ਫਲੱਡ ਆਏ ਨੇ, ਕਿਤੇ ਕਿਤੇ ਪ੍ਰੋਬਲਮਾਂ ਕਿੰਨੀਆਂ ਆਈਆਂ ਨੇ। ਖਾਲਸਾ ਏਡ ਵਰਗੇ ਸਾਡੇ ਭਰਾਵਾਂ ਨੇ ਕਿੱਥੇ ਕਿੱਥੇ ਜਾ ਕੇ ਲੰਗਰ ਲਾਏ, ਉਹਨਾਂ ਦੀ ਹੈਲਪ ਕੀਤੀ, ਜਦੋਂ ਤਾਂ ਕਦੇ ਕੋਈ ਸਰਕਾਰ ਬੋਲੀ ਨਹੀਂ। ਕਿਆ ਫੰਡ ਕਿੱਥੋਂ ਆ ਰਹੇ ਨੇ? ਅੱਜ ਕਿਸਾਨ ਜਿਹੜੇ ਪੂਰੀ ਦੁਨੀਆ ਦਾ ਢਿੱਡ ਭਰਦੇ ਨੇ, ਆਪਣੇ ਲਈ ਜੇ ਉਹਨਾਂ ਨੂੰ ਕਿਤੋਂ ਪੈਸਾ ਆ ਰਿਹਾ ਜਾਂ ਅੰਨ ਪਹੁੰਚ ਰਿਹਾ ਉੱਥੇ, ਤੇ ਤੁਹਾਨੂੰ ਤਕਲੀਫ ਹੋ ਰਹੀ ਹੈ। ਕਿਉਂ ਬਈ? ਸਿਰਫ ਇੰਨੀ ਗੱਲ ਨਾਲ ਅਸੀਂ ਖਾਲਿਸਤਾਨੀ ਹੋ ਗਏ, ਇੰਨੀ ਗੱਲ ਨਾਲ ਅਸੀਂ ਆਤੰਕਵਾਦੀ ਹੋ ਗਏ? ਯਾਰ ਤੁਹਾਡੇ ਦਿਮਾਗ ਚਲੇ ਕਿੱਥੇ ਗਏ? ਤੁਹਾਨੂੰ ਸਰਕਾਰ 'ਚ ਬਿਠਾਇਆ ਕਿਹਨੇ? ਕਿਸਾਨ ਬਹੁਤ ਸਿਆਣੇ ਨੇ, ਕਿਸਾਨਾਂ ਦੇ ਬੱਚੇ ਬਹੁਤ ਸਿਆਣੇ ਨੇ, ਕਿਸਾਨਾਂ ਦੇ ਬੱਚੇ ਨਾਸਾ ਤੱਕ ਪਹੁੰਚ ਚੁੱਕੇ ਨੇ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੀਆਂ ਕੰਟਰੀਆਂ ਦੇ ਵਿੱਚ ਸਾਡੇ ਬੱਚੇ ਡਾਕਟਰ, ਇੰਜੀਨੀਅਰ, ਕਿਹੜੀਆਂ ਕਿਹੜੀਆਂ ਪੋਸਟਾਂ ਤੇ, ਪਾਰਲੀਮੈਂਟ ਤੱਕ ਸਾਡੇ ਬੱਚੇ ਉੱਥੇ ਕਿਸਾਨਾਂ ਦੇ ਬੱਚੇ ਨੇ। ਬਾਰਡਰਾਂ ਦੇ ਉੱਤੇ ਸਾਡੇ ਜਿਹੜੇ ਫੌਜੀ ਭਰਾ ਨੇ, ਇਹਨਾਂ ਕਿਸਾਨਾਂ ਦੇ ਬੱਚੇ ਨੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਪੂਰੀ ਦੁਨੀਆ ਨੂੰ ਕਿਸਾਨ ਤੇ ਕਿਸਾਨ ਦਾ ਬੱਚਾ, ਕਿਸਾਨ ਦਾ ਪਰਿਵਾਰ ਚਲਾ ਰਿਹਾ, ਤੇ ਤੁਸੀਂ ਉਸੇ ਕਿਸਾਨ ਨੂੰ ਮਾਰਨ ਲੱਗੇ ਹੋਏ ਹੋ। ਮੇਰਾ ਇਦੋਂ ਪਹਿਲਾਂ ਇੱਕ ਗਾਣਾ ਆਇਆ ਸੀਗਾ, ਜਦੋਂ ਇਹ ਅੰਦੋਲਨ ਸ਼ੁਰੂ ਵੀ ਨਹੀਂ ਹੋਇਆ ਸੀ, ਕਿਸਾਨਾਂ ਦੇ ਲਈ ਜਿਹੜਾ ਕੀਤਾ ਸੀ, ਜੱਟ ਜਿਹਾ ਸਾਧ ਕੋਈ ਨਹੀਂ। ਜਦੋਂ ਕਿਹੜਾ ਸਾਨੂੰ ਪਤਾ ਸੀ ਕਿ ਕਿਸਾਨ ਧਰਨੇ ਲਾਉਣ ਲੱਗਿਆ? ਉਹ ਤਾਂ ਕਿਸਾਨਾਂ ਦੀ ਜਿਹੜੇ ਦੁੱਖ ਦੀ ਰਗਦੀ ਅਸੀਂ ਗੱਲ ਹਮੇਸ਼ਾ ਹੀ ਕਰਦੇ ਆਏ ਆਰਟਿਸਟ। ਉਹ ਕਦੇ ਮੈਂ ਕਰਤੀ, ਕਦੇ ਕਿਸੇ ਨੇ ਕਰਤੀ। ਬੱਬੂ ਮਾਨ ਹੋਣਾ ਨੇ ਕਿੰਨੇ ਵਾਰ ਪਹਿਲਾਂ ਜਿਹੜੀਆਂ ਗੱਲਾਂ ਗਾਈਆਂ ਨੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਨੂਰ ਤੇ ਤੁਸੀਂ ਦੇਖ ਰਹੇ ਹੋ ਔਨ ਏਅਰ। ਕਿਹਾ ਜਾਂਦਾ ਹੈ ਕਿ ਕਲਮ ਦੇ ਵਿੱਚ ਬੜੀ ਹੀ ਤਾਕਤ ਹੁੰਦੀ ਹੈ। ਜੇ ਕਲਮ ਨੂੰ ਆਵਾਜ਼ ਸਹੀ ਬਣ ਜਾਏ ਤਾਂ ਚਾਰ ਚੰਨ ਲੱਗ ਜਾਂਦੇ ਨੇ। ਜੈਸੇ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਗੀਤਕਾਰਾਂ ਤੇ ਗਾਇਕਾਂ ਦਾ ਬੜਾ ਹੀ ਵੱਡਾ ਸਹਿਯੋਗ ਰਿਹਾ ਹੈ ਕਿਸਾਨੀ ਅੰਦੋਲਨ ਵਿੱਚ ਜੋਸ਼ ਭਰਨ ਲਈ, ਕਿਸਾਨਾਂ ਦੇ ਵਿੱਚ ਜੋਸ਼ ਭਰਨ ਲਈ। ਤੇ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਇੱਕ ਅਜਿਹੇ ਗਾਇਕ ਦੇ ਨਾਲ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਗਾਣਾ ਆਇਆ ਹੈ, ਕਾਲੇ ਕਾਨੂੰਨ ਯੈਸ ਔਰ ਨੋ। ਜੀ ਮੈਂ ਗੱਲ ਕਰ ਰਹੀ ਹਾਂ ਇੰਦਰਜੀਤ ਨਿੱਕੂ ਜੀ ਦੀ। ਆਓ ਤੁਹਾਨੂੰ ਉਹਨਾਂ ਨੂੰ ਰੂਬਰੂ ਕਰਵਾਉਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜਸਨੂਰ। ਔਨ ਏਅਰ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਔਨਰ ਦੇ ਸਾਰੇ ਵੀਰਸ ਨੂੰ ਨਿੱਕੂ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਭ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਇਸ ਨਵੇਂ ਚੈਨਲ ਦੀਆਂ ਬਹੁਤ ਬਹੁਤ ਮੁਬਾਰਕਾਂ। ਬਹੁਤ ਬਹੁਤ ਸ਼ੁਕਰੀਆ ਸਰ, ਤੁਹਾਡੇ ਸਾਰਿਆਂ ਦਾ ਪਿਆਰ ਤੇ ਸਹਿਯੋਗ ਹੈ ਕਿ ਔਨ ਏਅਰ ਨੂੰ ਆਲਰੇਡੀ ਬਹੁਤ ਪਿਆਰ ਮਿਲ ਰਿਹਾ ਲੋਕਾਂ ਵੱਲੋਂ। ਤੇ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਕਿਹਾ ਜਾਂਦਾ ਕਿ ਜਿੱਦਾਂ ਹੀ ਨਵਾਂ ਸਾਲ ਆਉਂਦਾ ਹੈ, ਨਵੀਆਂ ਉਮੀਦਾਂ, ਨਵੀਆਂ ਆਸ਼ਾਵਾਂ ਲੈ ਕੇ ਆਉਂਦਾ ਹੈ। ਤੇ ਤੁਹਾਨੂੰ ਕੀ ਉਮੀਦਾਂ ਨੇ 2021 ਤੋਂ? ਸਭ ਤੋਂ ਪਹਿਲਾਂ ਤਾਂ ਮੈਨੂੰ ਇੱਦਾਂ ਲੱਗਦਾ, ਮੈਂ ਇਸੇ ਲਈ ਨਵੇਂ ਸਾਲ ਦੀਆਂ ਵਧਾਈਆਂ ਵੀ ਨਹੀਂ ਦਿੱਤੀਆਂ, ਕਿ ਨਵਾਂ ਸਾਲ ਸਾਡੇ ਸਾਰਿਆਂ ਲਈ ਉਸ ਦਿਨ ਹੋਊਗਾ ਜਿਸ ਦਿਨ ਕਿਸਾਨ ਜਿਹੜਾ ਅੰਦੋਲਨ ਜਿੱਤ ਜਾਣਗੇ, ਜਿਸ ਦਿਨ ਇਹ ਕਾਲੇ ਕਾਨੂੰਨ ਸਰਕਾਰ ਵਾਪਸ ਲੈ ਲਊਗੀ। ਉਸੇ ਦਿਨ ਨਵਾਂ ਸਾਲ ਚੜ੍ਹੂ, ਉਸੇ ਦਿਨ ਨਵਾਂ ਸਾਲ ਅਸੀਂ ਸਾਰੇ ਮਨਾਵਾਂਗੇ। ਬਿਲਕੁਲ, ਸੋਸ਼ਲ ਮੀਡੀਆ ਤੇ ਵੀ ਕਾਫੀ ਚੀਜ਼ ਵਾਇਰਲ ਹੋ ਰਹੀ ਸੀ। ਜਿਹੜੇ ਵੋਲੰਟੀਅਰਸ ਉੱਥੇ ਵੀ ਬੈਠੇ ਸਾਰੇ ਕਹਿ ਰਹੇ ਸੀ ਕਿ ਨਵਾਂ ਸਾਲ ਸਾਡੇ ਲਈ ਉਸ ਦਿਨ ਸ਼ੁਰੂ ਹੋਏਗਾ, 2021 ਸਾਡੇ ਲਈ ਉਸ ਦਿਨ ਸ਼ੁਰੂ ਹੋਏਗਾ ਜਦੋਂ ਸਰਕਾਰ ਆਪਣੇ ਕਾਲੇ ਕਾਨੂੰਨ ਵਾਪਸ ਲੈ ਲਵੇਗੀ। ਤੇ ਲੁਧਿਆਣਾ ਵਿੱਚ ਵੀ ਅਸੀਂ ਦੇਖਿਆ ਕਿ ਜ਼ਿਆਦਾ ਜੋਸ਼ ਲੋਕਾਂ ਦੇ ਨਹੀਂ ਨਜ਼ਰ ਆ ਰਿਹਾ, ਚਿਹਰੇ ਵੀ ਉਹਨਾਂ ਦੇ ਜ਼ਿਆਦਾ ਖੁਸ਼ ਨਹੀਂ ਲੱਗ ਰਹੇ, ਚਿਹਰੇ 'ਤੇ ਮਾਸੂਮੀ ਛਾਈ ਹੋਈ ਹੈ। ਕਿਉਂ? ਕਿਉਂਕਿ ਸਾਡੇ ਕਿਸਾਨ, ਠੰਡ ਦਾ ਸਮਾਂ ਵੱਧਦਾ ਜਾ ਰਿਹਾ ਹੈ। ਪਹਿਲੀ ਜਨਵਰੀ ਹੈ, ਅੱਜ ਠੰਡ ਬਹੁਤ ਵੱਧ ਰਹੀ ਹੈ ਤੇ ਕਿਸਾਨ ਸਾਡੇ ਬਜ਼ੁਰਗ ਉੱਥੇ ਬੈਠੇ ਹੋਏ ਨੇ ਠੰਡ ਦੇ ਵਿੱਚ। ਤੇ ਕੀ ਤੁਸੀਂ ਸੋਚਦੇ ਹੋ ਕਿ ਸਰਕਾਰ ਕਾਨੂੰਨ ਵਾਪਸ ਕਿਉਂ ਨਹੀਂ ਲੈ ਰਹੀ? ਇਹਦੇ ਪਿੱਛੇ ਕੀ ਕਾਰਨ ਹੈ? ਇਹ ਪਤਾ ਨਹੀਂ, ਮੈਨੂੰ ਲੱਗਦਾ ਵੈਸੇ ਹੀ ਮੋਦੀ ਦੇ ਗਲ 'ਚ ਕੀਲਾ ਅੜ ਗਿਆ, ਹੋਰ ਕੁਝ ਨਹੀਂ ਹੈਗਾ। ਕਿਉਂਕਿ ਜਿਹੜਾ ਜਿਵੇਂ ਕਿਸਾਨ, ਬਜ਼ੁਰਗ, ਬੱਚੇ, ਮਾਤਾਵਾਂ, ਸਾਡੀਆਂ ਭੈਣਾਂ ਉੱਥੇ ਬਾਰਡਰ ਦੇ ਉੱਪਰ ਬੈਠੇ ਨੇ ਸਾਰੇ, ਠੰਡ ਦੇ ਵਿੱਚ ਬੈਠਣਾ ਵੈਸੇ ਹੀ ਬਹੁਤ ਔਖਾ। ਨੋਰਮਲੀ ਆਪਾਂ ਬਾਹਰ ਨਿਕਲਦੇ 10 ਮਿੰਟ ਤੁਸੀਂ ਬਾਹਰ ਨਿਕਲੋ, ਕਿੰਨੀ ਠੰਡ ਲੱਗਦੀ ਹੈ। ਅਤੇ ਉੱਥੇ ਪੱਕੇ ਜਿਹੜੇ ਮੋਰਚੇ ਲਾ ਕੇ ਬੈਠੇ ਨੇ, ਉਹਨਾਂ ਦਾ ਹਾਲ ਦੇਖੋ। ਸਰਕਾਰ ਮਾਪਿਆਂ ਵਾਂਗੂ ਹੁੰਦੀ ਹੈ ਪ੍ਰਜਾ ਦੀ, ਅਤੇ ਜੇ ਮਾਪੇ ਹੁਣ ਆਪਣੀ ਪ੍ਰਜਾ ਦਾ ਹਾਲ ਨਹੀਂ ਦੇਖਣਗੇ, ਉਹਨਾਂ ਦਾ ਦਰਦ ਮਹਿਸੂਸ ਨਹੀਂ ਕਰਨਗੇ, ਫਿਰ ਤਾਂ ਫਿੱਟੇ ਲਾਣਤ ਹੈ ਐਸੀ ਸਰਕਾਰ ਦੇ। ਐਸੀ ਸਰਕਾਰ ਹੋਣੀ ਹੀ ਨਹੀਂ ਚਾਹੀਦੀ। ਮੈਂ ਜਦੋਂ ਦੂਜੇ ਗੇਟ 'ਚ ਜਾ ਕੇ ਆਇਆ ਉੱਥੇ ਦਿੱਲੀ, ਅਤੇ ਉਹਨਾਂ ਦਿਨਾਂ 'ਚ ਉਹ ਮੋਦੀ ਰਾਮ ਨਾਲ ਆਪਦੇ ਕੋਈ ਦੌਰੇ ਕਰਦਾ ਫਿਰਦਾ, ਅਤੇ ਅਮਿਤ ਸ਼ਾਹ ਅਲੱਗ ਦੌਰਿਆਂ 'ਤੇ ਕਿਤੇ ਰੋਡ ਸ਼ੋਅ ਕਰਦੇ ਫਿਰਦੇ ਨੇ। ਮੈਨੂੰ ਤਾਂ ਲੱਗਦਾ ਕਿ ਇਹਨਾਂ ਦੌਰਿਆਂ ਦੇ ਵਿੱਚ ਸੱਚੀ ਜਿੰਨੀਆਂ ਬਦਦੁਆਵਾਂ ਤੁਸੀਂ ਲੈ ਰਹੇ ਹੋ, ਤੁਹਾਨੂੰ ਇਹਨਾਂ ਦੌਰਿਆਂ ਦੇ ਵਿੱਚ ਕਿਤੇ ਦੌਰਾ ਪੈ ਜਾਣਾ। ਅਦਰਵਾਈਜ਼ ਤੁਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਓ। ਮੈਨੂੰ ਇਹ ਵੀ ਪਤਾ ਕਿ ਤੁਸੀਂ ਮੰਨਣਾ ਜ਼ਰੂਰ ਹੈ, ਪਰ ਲੇਟ ਕਿਉਂ ਕਰ ਰਹੇ ਹੋ? ਜਿੰਨੀ ਜਲਦੀ ਮੰਨੋਗੇ ਉਨੇ ਚੰਗੇ ਰਹੋਗੇ। ਜਲਦੀ ਮੰਨ ਜਾਓ, ਤਾਂ ਕਿ ਜਿਹੜੇ ਉੱਥੇ ਕਿਸਾਨਾਂ ਦੀਆਂ ਆਂਦਰਾਂ ਦੇ ਵਿੱਚੋਂ, ਉੱਥੇ ਮਾਵਾਂ ਦੇ ਛੋਟੇ ਛੋਟੇ ਬੱਚਿਆਂ ਦੀਆਂ ਆਂਦਰਾਂ ਦੇ ਵਿੱਚੋਂ ਦੁਰਸੀਸਾਂ ਨਿਕਲਦੀਆਂ, ਤੁਹਾਨੂੰ ਉਹ ਦੁਰਸੀਸਾਂ ਨਾ ਸਹਿਣੀਆਂ ਪੈ ਜਾਣ ਕਿਤੇ। ਜੇ ਦੁਰਸੀਸਾਂ ਤੁਹਾਨੂੰ ਲੱਗ ਗਈਆਂ, ਤੁਹਾਡਾ ਕਦੇ ਵੀ ਕਿਸੇ ਵੀ ਜਗ੍ਹਾ 'ਤੇ ਜਾ ਕੇ ਭਲਾ ਨਹੀਂ ਹੋਣਾ ਮੁੜ ਕੇ।
ਬਿਲਕੁਲ ਸਰ, ਜੇ ਗੱਲ ਕਰੀਏ ਤਾਂ ਲੋਕ ਇੰਨੀ ਬਦਦੁਆ ਦੇ ਰਹੇ ਨੇ ਕਿ ਮੈਂ ਹੁਣ ਇੰਟਰਵਿਊ ਵੀ ਦੇਖ ਰਹੀ ਸੀਗੀ ਤੇ ਸਾਡੇ ਇੱਕ ਤਾਂ 40 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ ਤੇ ਬਹੁਤ ਹੀ ਸਾਡੇ ਲਈ ਬਹੁਤ ਦੁੱਖ ਭਰੀ ਗੱਲ ਹੈ ਕਿ ਸ਼ਹੀਦੀ ਉਹਨਾਂ ਨੂੰ ਪ੍ਰਾਪਤ ਹੋਈ। ਇੰਨਾ ਵੱਡਾ ਕਿਸਾਨੀ ਅੰਦੋਲਨ ਚੱਲ ਰਿਹਾ ਸੀ। ਕਿਸਾਨੀ ਅੰਦੋਲਨ ਦੇ ਵਿੱਚ ਹੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਉੱਥੇ ਮਨਾਇਆ ਗਿਆ, ਫਿਰ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਦਾ ਸਮਾਂ ਸੀਗਾ 25 ਦਸੰਬਰ ਤੋਂ 28 ਦਸੰਬਰ ਤੱਕ, ਉਹ ਵੀ ਉੱਥੇ ਮੰਨਿਆ। ਨਵਾਂ ਸਾਲ ਵੀ ਸਾਡਾ ਉੱਥੇ ਹੀ ਜਾ ਰਿਹਾ ਤੇ ਹੁਣ ਲੋਹੜੀ ਦਾ ਵੀ ਸਮਾਂ ਆ ਰਿਹਾ ਤੇ ਸਾਰਿਆਂ ਨੂੰ ਉਮੀਦ ਹੈ ਕਿ ਜਿਹੜੀ 4 ਜਨਵਰੀ ਨੂੰ ਬੈਠਕ ਹੋਣੀ ਹੈ ਉੱਥੇ ਸਰਕਾਰ ਜ਼ਰੂਰ ਇਸ ਬਾਰੇ ਸੋਚੇਗੀ। 2 ਗੱਲਾਂ ਤਾਂ ਖੈਰ ਸਰਕਾਰ ਨੇ ਵਾਪਸ ਲੈ ਹੀ ਲਈਆਂ ਨੇ। MSP ਨੂੰ ਉਹਨਾਂ ਨੇ ਲਿਖਤੀ ਰੂਪ ਵਿੱਚ ਦੇਣ ਦਾ ਉਹ ਵਾਅਦਾ ਕੀਤਾ ਹੈ ਤੇ ਇਹਦੇ ਨਾਲ 3 ਜਿਹੜੀਆਂ ਹੋਰ ਸਾਡੇ ਕਿਸਾਨੀ ਬਿੱਲ ਦੀਆਂ ਜਿਹੜੀਆਂ ਅਹਿਮ ਗੱਲਾਂ ਨੇ ਉਹ ਅਸੀਂ ਉਮੀਦ ਕਰਦਾ ਕਿ ਸਰਕਾਰ 4 ਜਨਵਰੀ ਨੂੰ ਵਾਪਸ ਲਏਗੀ। ਜਿੱਦਾਂ ਤੁਸੀਂ ਕਹਿ ਰਹੇ ਸੀਗੇ ਕਿ ਬਹੁਤ ਸਾਰੀਆਂ ਬਦਅਸੀਸਾਂ ਸਰਕਾਰ ਨੂੰ ਮਿਲ ਰਹੀਆਂ ਨੇ ਤੇ ਫੈਕਟਸ ਵੀ ਆਹੀ ਕਹਿੰਦੇ ਨੇ ਕਿ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਜਿਹਨੂੰ ਬਦਅਸੀਸ ਮਿਲੀ ਉਹ ਹੈ ਸਾਡੀ ਮੋਦੀ ਦੀ ਸਰਕਾਰ, ਜਿਹਨੂੰ ਲੋਕੀ ਬਿਲਕੁਲ ਨਹੀਂ ਪਸੰਦ ਕਰ ਰਹੇ। ਤਾਂ ਹੀ ਕਰਕੇ ਕਿ ਬਾਹਰਲੇ ਦੇਸ਼ਾਂ 'ਚ ਵੀ ਅਸੀਂ ਦੇਖੀਏ ਤਾਂ ਬਹੁਤ ਸਾਰੀ ਸਪੋਰਟ ਮਿਲ ਰਹੀ ਹੈ ਕਿਸਾਨੀ ਅੰਦੋਲਨ ਨੂੰ। ਐਕਚੁਅਲੀ ਇੱਦਾਂ ਲੱਗਦਾ ਕਿ ਮੋਦੀ ਸਾਹਿਬ ਦਾ ਜਿਹੜਾ ਪਹਿਰਾਵਾ ਉੱਪਰੋਂ ਸਾਧੂ ਪੇਸ਼ ਹੈ ਤੇ ਅੰਦਰ ਬਹੁਤ ਵੱਡਾ ਕੋਈ ਚੋਰ ਹੈ। ਕਿਉਂਕਿ ਜਦੋਂ ਸਾਨੂੰ ਜਿਹੜੀਆਂ ਗੱਲਾਂ ਹੁਣ ਸੁਣਨ ਨੂੰ ਮਿਲਦੀਆਂ ਨੇ ਕਿ ਮੋਦੀ ਸਰਕਾਰ ਅਡਾਨੀਆਂ ਅਬਾਨੀਆਂ ਦੇ ਕਹਿਣੇ 'ਤੇ ਚੱਲਦੀ ਆ, ਉਹਨਾਂ ਦੀ ਦੇਖ ਰਿਹਾ ਕਿ ਉਹਨਾਂ ਨੂੰ ਕਿਤੋਂ ਨੁਕਸਾਨ ਤਾਂ ਨਹੀਂ ਹੋ ਰਿਹਾ, ਉਹ ਜੋ ਕਹਿ ਰਹੇ ਨੇ ਉੱਦਾਂ ਹੀ ਕਰ ਰਹੇ ਨੇ ਇਹ। ਅਤੇ ਜਿਹੜੇ ਲੋਕਾਂ ਕਰਕੇ ਪੂਰੀ ਦੁਨੀਆ ਦਾ ਢਿੱਡ ਭਰਿਆ ਜਾਂਦਾ ਹੈ, ਜਿਹੜੇ ਪੂਰੀ ਦੁਨੀਆ ਦਾ ਢਿੱਡ ਭਰਨ ਵਾਲੇ ਕਿਸਾਨ ਨੇ ਅਤੇ ਉਹ ਰੋਡਾਂ 'ਤੇ ਬੈਠੇ ਦੁੱਖ ਦੇ ਉੱਥੇ ਠੰਡ ਦੇ ਵਿੱਚ ਕਦੇ ਕੋਈ ਸ਼ਹੀਦ ਹੋ ਗਿਆ, ਕਦੇ ਕਿਸੇ ਘਟਨਾ ਦੇ ਵਿੱਚ ਕੋਈ ਨੌਜਵਾਨ ਟਰਾਲੀ ਤੋਂ ਡਿੱਗ ਕੇ ਮਰ ਗਿਆ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ। ਸੋ ਬਹੁਤ ਮੰਦਭਾਗੀ ਜਿਹੜੀਆਂ ਖਬਰਾਂ ਸਾਨੂੰ ਰੋਜ਼ ਸੁਣਨ ਨੂੰ ਮਿਲਦੀਆਂ ਨੇ, ਸਿਰਫ ਇਹ ਮੋਦੀ ਸਰਕਾਰ ਦੇ ਜਿਹੜੇ ਗਲ 'ਚ ਕੀ ਲਾੜਿਆ ਉਹਦੇ ਕਰਕੇ। ਐਂਡ ਸਰਕਾਰ ਪਤਾ ਨਹੀਂ ਕਿਉਂ ਇਹਨੂੰ ਇਹ ਕਿਉਂ ਨਹੀਂ ਮਹਿਸੂਸ ਹੁੰਦਾ ਕਿ ਹੁਣ ਸਾਰੀ ਦੁਨੀਆ ਤੁਹਾਡੇ ਬਰਖਲਾਫ ਖੜੀ ਹੈ ਅਤੇ ਤੁਹਾਨੂੰ ਮੰਨ ਜਾਣਾ ਚਾਹੀਦਾ ਹੈ। ਬਿਲਕੁਲ ਸਰ, ਜੇ ਅਸੀਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਤਾਂ ਅੰਜਨਾ ਓਮ ਕਸ਼ਯਪ ਜੀ ਜੋ ਆਚਕ ਤੇ ਨੇ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਗਾਇਕ ਨੇ ਇਹ ਗਾਣੇ ਇੱਦਾਂ ਦੇ ਕੱਢ ਰਹੇ ਨੇ, ਗਾਇਕਾਂ ਦਾ ਬਿਜ਼ਨਸ ਉਹ ਘੱਟ ਗਿਆ ਸੀਗਾ ਲੋਕਡਾਊਨ ਦੇ ਵਿੱਚ, ਜਿਹਦੇ ਕਰਕੇ ਉਹਨਾਂ ਨੇ ਗਾਣੇ ਕੱਢਣੇ ਸ਼ੁਰੂ ਕਰਤੇ। ਕਿਸਾਨਾਂ ਨੂੰ ਉਹਨਾਂ ਨੇ ਮਜਬੂਰ ਕੀਤਾ, ਪ੍ਰੋਵੋਕ ਕੀਤਾ ਕਿ ਉਹ ਕਿਸਾਨੀ ਅੰਦੋਲਨ 'ਤੇ ਜਾਣ। ਕਹਿ ਰਹੇ ਇਹ ਤਾਂ ਮੈਨੂੰ ਬਿਲਕੁਲ ਹੀ ਇਲੌਜੀਕਲ ਗੱਲ ਲੱਗਦੀ। ਤੇ ਤੁਹਾਡਾ ਕੀ ਕਹਿਣਾ ਹੈ? ਜਿਹੜੀ ਇਹ ਗੱਲ ਹੈ, ਜਿਹੜੇ ਕਿਸਾਨਾਂ ਦੇ ਰੈਗੂਲਰ ਇੱਦਾਂ ਗਾਣੇ ਜਿਹੜੇ ਹੁਣ ਬਣੇ ਨੇ, ਇਹ ਤਾਂ ਜਦੋਂ ਧਰਨੇ 'ਤੇ ਜਾ ਕੇ ਬੈਠੇ ਉਹ ਤੋਂ ਬਾਅਦ ਬਣਨੇ ਸ਼ੁਰੂ ਹੋਏ ਨੇ, ਉਦੋਂ ਪਹਿਲਾਂ ਤਾਂ ਬਣੇ ਨਹੀਂ ਇਹ। ਉਦੋਂ ਪਹਿਲਾਂ ਤਾਂ ਕਿਸਾਨਾਂ ਦੀ ਜਿਹੜੀ ਕਿਸਾਨਾਂ ਦੀ ਪ੍ਰੋਬਲਮ ਸੀ ਨਾ, ਇਹ ਤਾਂ ਹੈ ਨਹੀਂ ਕਿ ਕਿਸਾਨ ਹੁਣ ਸ਼ਹੀਦ ਹੋਏ ਨੇ। ਹੁਣ ਤਾਂ ਅੰਦੋਲਨ 'ਚ ਜਾ ਕੇ ਉੱਥੇ ਕੋਈ ਠੰਡ ਨਾਲ ਸ਼ਹੀਦ ਹੋਇਆ, ਕਿਸੇ ਨੂੰ ਅਟੈਕ ਹੋਇਆ, ਕਿਸੇ ਨੂੰ ਕੋਈ ਦੁਰਘਟਨਾ ਦੇ ਵਾਪਰੀ। ਇਸ ਤੋਂ ਪਹਿਲਾਂ ਕਿੰਨੇ ਕਿਸਾਨਾਂ ਨੇ ਜਿਨ੍ਹਾਂ ਨੇ ਸੁਸਾਈਡ ਕੀਤਾ। ਮੇਰਾ ਇਹ ਤੋਂ ਪਹਿਲਾਂ ਇੱਕ ਗਾਣਾ ਆਇਆ ਸੀਗਾ ਜਦੋਂ ਇਹ ਅੰਦੋਲਨ ਸ਼ੁਰੂ ਵੀ ਨਹੀਂ ਹੋਇਆ ਸੀ, ਕਿਸਾਨਾਂ ਦੇ ਲਈ ਜਿਹੜਾ ਕੀਤਾ ਸੀ, ਜੱਟ ਜਿਹਾ ਸਾਧ ਕੋਈ ਨਹੀਂ। ਜਦੋਂ ਕਿਹੜਾ ਸਾਨੂੰ ਪਤਾ ਸੀ ਕਿ ਕਿਸਾਨ ਧਰਨੇ ਲਾਉਣ ਲੱਗਿਆ। ਉਹ ਤਾਂ ਕਿਸਾਨਾਂ ਦੀ ਜਿਹੜੇ ਦੁੱਖ ਦੀ ਜਿਹੜੀ ਉਹਨਾਂ ਦੀ ਦੁੱਖ ਦੀ ਰੱਖਦੀ ਅਸੀਂ ਗੱਲ ਹਮੇਸ਼ਾ ਹੀ ਕਰਦੇ ਆਏ ਆਰਟਿਸਟ। ਉਹ ਕਦੇ ਮੈਂ ਕਰਤੀ, ਕਦੇ ਕਿਸੇ ਨੇ ਕਰਤੀ। ਬੱਬੂ ਮਾਨ ਹੋਣਾ ਨੇ ਕਿੰਨੇ ਵਾਰ ਪਹਿਲਾਂ ਜਿਹੜੀਆਂ ਗੱਲਾਂ ਗਾਈਆਂ ਨੇ। ਹਰ ਆਰਟਿਸਟ ਸੋਚਦਾ ਕਿ ਕਿਉਂਕਿ ਆਰਟਿਸਟ ਦਾ ਫਰਜ਼ ਹੈ ਅਸੀਂ ਲੋਕਾਂ ਦੀ ਗੱਲ ਕਰੀਏ। ਜਦੋਂ ਲੋਕਾਂ ਦੀ ਗੱਲ ਕਰਾਂਗੇ ਉੱਥੇ ਕਿਸਾਨ ਵੀ ਸਾਡੇ ਉਸੇ ਲੋਕਾਂ ਦੇ ਵਿੱਚੋਂ ਨੇ ਜਿਨ੍ਹਾਂ ਦੇ ਦੁੱਖ ਦੀ ਗੱਲ ਕਰਨਾ ਸਾਡਾ ਫਰਜ਼ ਬਣਦਾ। ਸੋ ਸਭ ਨੇ ਕੀਤੀਆਂ ਨੇ। ਜਿਹੜੀ ਇਹ ਗੱਲ ਅੱਜ ਤੱਕ ਦੇ ਵਿੱਚ ਆ ਗੱਲ ਹੋਈ ਹੈ ਵੀ ਭੜਕਾ ਕੇ ਲੋਕਾਂ ਨੂੰ ਉੱਥੇ ਸੜਕਾਂ 'ਤੇ ਉਠਾਇਆ, ਕਦੇ ਵੀ ਨਹੀਂ ਹੋ ਸਕਦਾ ਹੈ। ਕਿਸੇ ਵੀ ਆਰਟਿਸਟ ਨੇ ਕੋਈ ਭੜਕਾਊ ਗੀਤ ਨਹੀਂ ਗਾਇਆ। ਸਾਰਿਆਂ ਨੇ ਸਿਰਫ ਫਿੱਟੇ ਲਾਹਣਤਾਂ ਪਾਈਆਂ ਨੇ ਮੋਦੀ ਸਰਕਾਰ ਨੂੰ। ਹੋਰ ਇੱਦਾਂ ਦਾ ਕੁਛ ਨਹੀਂ ਕਿਹਾ ਕਿ ਅਸੀਂ ਇਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਬਿਲਕੁਲ, ਜਿਹੜੀ ਜਨਤਾ ਹੈ ਉਹ ਰੋਸ਼ ਦਿਖਾ ਰਹੀ ਹੈ ਅੰਬਾਨੀ ਤੇ ਅੰਡਾਲੀ ਵੱਲ ਕਿ ਜਿਹੜੇ ਵੀ ਜੀਓ ਦੇ ਸਿਮ ਹੈ ਉਹ ਸਾਰੇ ਪੋਰਟ ਕਰਵਾ ਰਹੇ ਨੇ। ਤੇ ਜਿਹੜੀ ਥਾਂ ਤੇ ਅਸੀਂ ਵੀ ਬੈਠੇ ਹਾਂ, ਹੋਰ ਵੀ ਲੁਧਿਆਣਾ ਵਿੱਚ ਤੇ ਪੂਰੇ ਪੰਜਾਬ ਵਿੱਚ, ਆਲ ਓਵਰ ਇੰਡੀਆ ਐਸੇ ਕਾਫੀ ਲੋਕ ਨੇ ਜਿਨ੍ਹਾਂ ਨੇ ਜੀਓ ਦਾ ਸਿਮ ਛੱਡ ਕੇ ਬਾਕੀ ਸਿਮ ਵਿੱਚ ਕਰਵਾ ਰਹੇ ਨੇ। ਤਾਂ ਹੀ ਜੀਓ ਨੇ ਅੱਜ ਨਵਾਂ ਉਹ ਵੀ ਕੱਢਿਆ, ਆਫਰ ਕੱਢਿਆ ਕਿ ਜੀਓ ਸਿਮ ਵਿੱਚ ਉਹ ਫ੍ਰੀ ਦੇ ਰਹੇ ਨੇ, ਉਹ ਫ੍ਰੀ ਨੈਟ ਸਰਵਿਸ ਪ੍ਰੋਵਾਈਡ ਕਰ ਰਹੇ ਨੇ। ਤੇ ਇਹ ਜਨਤਾ ਰੋਸ਼ ਦਿਖਾ ਰਹੀ ਹੈ। ਇਹ ਜਨਤਾ ਦੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਨਾਲ ਜਿਹੜੇ ਅਸੀਂ ਨੋਰਮਲ ਲੋਕ ਆ ਜੋ ਨਹੀਂ ਜਾ ਪਾ ਰਹੇ ਉਹਨਾਂ ਕੋਲ, ਬਟ ਫਿਰ ਵੀ ਅਸੀਂ ਆਪਣਾ ਰੋਸ਼ ਦਿਖਾ ਰਹੇ ਹਾਂ ਅੰਬਾਨੀ ਤੇ ਅੰਡਾਨੀ ਵੱਲ। ਜੀਓ ਦੇ ਸਿਮ ਬੰਦ ਕੀਤੇ ਜਾ ਰਹੇ ਨੇ। ਸਰ ਤੁਹਾਡਾ ਕਿਹੜਾ ਸਿਮ ਚੱਲ ਰਿਹਾ ਇਸ ਵਕਤ? ਮੇਰੇ ਕੋਲ ਏਅਰਟੈਲ ਚੱਲਦਾ ਸ਼ੁਰੂ ਤੋਂ ਹੀ, ਲੇਕਿਨ ਜੇ ਸਾਡੇ ਕੋਲ ਵੀ ਜੀਓ ਕਿਤੇ ਹੁੰਦਾ ਅਸੀਂ ਸਾਰਾ ਬਾਈਕਾਟ ਸਾਡਾ ਸਾਰਾ ਪਿੰਡ ਕਰ ਚੁੱਕਿਆ। ਸਾਡਾ ਪਰਿਵਾਰ ਤਾਂ ਸਾਡੇ ਕੋਲ ਜੀਓ ਪਹਿਲਾਂ ਹੀ ਆਲਰੇਡੀ ਕੋਈ ਇੱਦਾਂ ਦਾ ਹੈ ਨਹੀਂ, ਹੈ ਨਾ। ਪਰ ਜਿਵੇਂ ਹੁਣ ਇਹ ਮੋਦੀ ਸਰਕਾਰ ਲੋਕਾਂ ਨਾਲ ਧੱਕਾ ਕਰ ਰਹੀ ਹੈ, ਇੱਕ ਸਭ ਲੋਕਾਂ ਦਾ ਹੀ ਫਰਜ਼ ਬਣਦਾ ਕਿ ਅਸੀਂ ਉਹਨਾਂ ਅਡਾਨੀਆਂ ਅਬਾਨੀਆਂ ਦੀ ਹਰੇਕ ਚੀਜ਼ ਦਾ ਬਾਈਕਾਟ ਕਰੀਏ। ਮੇਨ ਤਾਂ ਸਾਡਾ ਮਕਸਦ ਇੰਨਾ ਹੀ ਆ, ਅਸੀਂ ਬਾਈਕਾਟ ਕਰਕੇ ਅਸੀਂ ਕੋਈ ਬਹੁਤ ਸਾਨੂੰ ਤਮਗੇ ਨਹੀਂ ਮਿਲ ਜਾਣੇ। ਸਾਡਾ ਮੇਨ ਮਕਸਦ ਤਾਂ ਇਹ ਆ ਕਿ ਕਿਸੇ ਨਾ ਕਿਸੇ ਤਰੀਕੇ ਸਰਕਾਰ ਨੂੰ ਲੱਗੇ ਕਿ ਜਿਹੜਾ ਅਸੀਂ ਇਹ ਜਿਹੜੇ ਕਾਲੇ ਕਾਨੂੰਨ ਲਾਗੂ ਕੀਤੇ ਨੇ ਇਹਦੇ ਰੋਸ ਦੇ ਵਿੱਚ ਲੋਕ ਸਾਰੇ ਸਾਡੇ ਬਰਖਲਾਫ ਨੇ
ਤੇ ਸਾਨੂੰ ਇਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਨੇ। ਮਕਸਦ ਸਿਰਫ ਇੰਨਾ ਕੀ ਹੈ, ਹੋਰ ਤਾਂ ਕੁਝ ਨਹੀਂ। ਸਾਡੇ ਕਿਸਾਨਾਂ ਨੂੰ ਜਿਹੜੇ ਲੋਕ ਉਹਨਾਂ ਨੂੰ ਸਪੋਰਟ ਕਰਨ ਲਈ ਗਏ ਆ ਉਹਨਾਂ ਸਾਰਿਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ, ਜਿਹਦੇ ਵਿੱਚ ਬੜੀ ਖੂਬੀ ਨਾਲ ਇੱਕ ਗੀਤ ਵਿੱਚ ਗਾਇਕ ਨੇ ਗਾਇਆ ਵੀ ਹੈਗਾ ਕਿ ਜੇ ਅੱਤਵਾਦੀ ਤੁਸੀਂ ਸਾਨੂੰ ਕਹਿ ਰਹੇ ਹੋ, ਜੇ ਅੱਤਵਾਦੀ ਬਣ ਗਏ ਤਾਂ ਦਿੱਲੀਏ ਤੇ ਤੋਂ ਸਾਂਭੇ ਨਹੀਂ ਜਾਣੇ। ਜਿਨ੍ਹਾਂ ਨੂੰ ਤੂੰ ਅੱਤਵਾਦੀ ਕਹਿੰਦੀ ਦਿੱਲੀਏ, ਜੇ ਅੱਤਵਾਦੀ ਹੋ ਗਏ ਤੇ ਤੋਂ ਸਾਂਭੇ ਨਹੀਂ ਜਾਣੇ। ਇਹ ਬਹੁਤ ਖੂਬ ਹੈ। ਜੇ ਆਪਾਂ ਗੱਲ ਕਰੀਏ ਗੀਤਾ ਦੀ, ਤਾਂ ਗੀਤਾ ਵਿੱਚ ਇੰਨੀ ਪਾਰ ਹੈ, ਕਲਮ ਵਿੱਚ ਇੰਨੀ ਪਾਰ ਹੈ ਕਿ ਲੋਕਾਂ ਤੱਕ ਸਹੀ ਮੈਸੇਜ ਉਹ ਪਹੁੰਚਾ ਦਿੰਦੇ ਆ। ਤੇ ਜਿਹੜੇ ਵੀ ਕਹਿ ਰਹੇ ਆ ਕਿ ਅਸੀਂ ਪ੍ਰੋਵੋਕ ਕਰ ਰਹੇ ਹਾਂ, ਬਿਲਕੁਲ ਨਹੀਂ ਹੋ ਰਿਹਾ। ਜਿਹੜੇ ਵੀ ਗਾਣੇ ਆਏ, ਅੱਜ 37ਵਾਂ ਦਿਨ ਹੈ ਕਿਸਾਨ ਦੇ ਪ੍ਰਦਰਸ਼ਨ ਦਾ, ਜਿਹੜਾ ਅੰਦੋਲਨ ਚੱਲ ਰਿਹਾ ਹੈ ਦਿੱਲੀ ਦੇ ਵਿੱਚ। 100 ਦਿਨ ਹੋ ਗਏ ਸਰ, 100 ਦਿਨ ਹੋ ਗਏ। ਅੱਜ 100ਵਾਂ ਦਿਨ ਹੈ ਪੰਜਾਬ ਵਿੱਚ ਜਦੋਂ ਇਹ ਫਾਰਮ ਬਿੱਲ ਲਾਗੂ ਹੋਈ ਸੀਗੀ। ਅੱਜ 100ਵਾਂ ਦਿਨ ਹੈਗਾ ਤੇ ਰੋਸ ਚੱਲ ਰਿਹਾ, ਪ੍ਰਦਰਸ਼ਨ ਚੱਲ ਰਿਹਾ, ਸੰਘਰਸ਼। ਕੱਲ੍ਹ ਵੀ 15 ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਾਰ ਰੈਲੀ ਕੱਢੀ ਗਈ ਸੀਗੀ ਰੋਸ਼ ਦੇ ਵਿੱਚ, ਤੇ ਅੱਜ ਵੀ ਲਗਾਤਾਰ ਲੁਧਿਆਣਾ ਤੇ ਵੀ ਵੱਖ-ਵੱਖ ਥਾਵਾਂ ਤੇ ਚੱਲ ਰਹੀ ਹੈ। ਤੇ ਜਿਹੜੇ ਵੀ ਕਹਿੰਦੇ ਕਿ ਪ੍ਰੋਵੋਕ ਕਰ ਰਹੇ ਹੋ, ਬਿਲਕੁਲ ਗਲਤ ਹੈ। ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਟੈਰਰਿਸਟ ਕਿਹਾ ਜਾ ਰਿਹਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਤਾਂ ਇਹੀ ਗੱਲ ਕਹੂੰ, ਜਿਵੇਂ ਮੱਟ ਸ਼ਿਰਵਾਲਾ ਵੀ ਲਿਖਦਾ ਕਿ ਸ਼ੁਕਰ ਕਰ ਕਿਸਾਨ ਹਲੇ ਕਿਸਾਨ ਬਣ ਕੇ ਬੈਠੇ ਨੇ। ਜੇ ਕਿਤੇ ਜੱਟਾਂ ਵਾਲੀ ਅੜੀ ਤੇ ਆ ਗਿਆ ਔਖਾ ਤਾਂ ਫਿਰ ਹੋਣਾ ਹੈ। ਉਹ ਤਾਂ ਇੰਨੀ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚੱਲਦਾ, ਆਰਾਮ ਨਾਲ ਬੈਠੇ ਨੇ, ਲੰਗਰ ਚੱਲਦੇ ਨੇ ਉੱਥੇ, ਤਾਸ਼ ਖੇਡਦੇ ਨੇ, ਉਹ ਤਾਂ ਇੰਜੋਏ ਕਰਦੇ ਪਏ ਨੇ ਉੱਥੇ। ਲੇਕਿਨ ਸਿਰਫ ਮਕਸਦ ਇੰਨਾ ਕੀ ਹੈ ਕਿ ਅਸੀਂ ਬੈਠੇ ਹਾਂ ਭਾਈ, ਸਾਡੀ ਸੁਣ ਲਓ ਕੋਈ, ਕਿ ਸਰਕਾਰ ਨੂੰ ਇੰਨੀ ਸਮਝ ਲੱਗ ਜਾਵੇ ਕਿ ਇਹ ਨਾ ਤਾਂ ਕੁਛ ਗਲਤ ਕਰਦੇ ਪਏ ਨੇ। ਅੱਤਵਾਦੀ ਵਾਲੇ ਜਿਹੜੇ ਵਰਡ ਬੋਲਦੇ ਪਏ ਨੇ ਨਾ, ਉਹਨਾਂ ਦਾ ਤਾਂ ਇੱਕ ਬੰਦਾ ਵੀ ਉੱਦਾਂ ਦਾ ਕੋਈ ਇੱਦਾਂ ਦਾ ਹੈ ਨਹੀਂ ਜਿਹੜਾ ਕੋਈ ਉੱਥੇ ਗਾਲੀ ਗਲੋਚ ਵੀ ਕਰੇ ਜਾਂ ਕੋਈ ਉੱਚੀ ਵਰਡ ਬੋਲੇ। ਸਿਰਫ ਜਿੰਨੇ ਅੱਜ ਤੱਕ ਅੰਦੋਲਨ ਹੋਏ ਨੇ, ਜਿੰਨੇ ਵੀ ਇੱਦਾਂ ਦੇ ਹੱਕਾਂ ਲਈ ਕਿਤੇ ਲੜਾਈਆਂ ਹੋਈਆਂ ਨੇ, ਸਭ ਤੋਂ ਪਹਿਲਾ ਅੰਦੋਲਨ ਆ ਇੰਨਾ ਸ਼ਾਂਤੀਪੂਰਵਕ, ਜਿੱਥੇ ਕਿਸੇ ਨੇ ਹਾਲੇ ਤੱਕ ਕੁਛ ਨਹੀਂ ਕੀਤਾ। ਜਿਹੜੇ ਗਾਣਿਆਂ ਦੀ ਗੱਲ ਕਰਦੇ ਆਪਾਂ, ਮੈਂ ਗਾਣਾ ਗਾਇਆ ਸੀ ਹੁਣ ਪਿੱਛੇ, ਨਿਤ ਦਿਨ ਨਵੇਂ ਐਲਾਨ करे जो पल पल मन की बात करे जो मन मर्जी दे कानून बना के लोकां नू परेशान करे जो ओए किसान बैठा ते सड़कां ते बह जे बेड़ी बंदे गंदे दी साडे तो खोण नू फिरदा चाबी मोटर वाले जिंदे दी। ਇਹ 'ਚ ਕਿੱਥੇ ਕੋਈ ਇੱਦਾਂ ਦੇ ਵਰਡ ਨੇ ਜਿਹੜੇ ਅਸੀਂ ਪ੍ਰਕੋਪ ਕਰਦੇ ਹਾਂ? ਅਸੀਂ ਤਾਂ ਗੱਲ ਕਰਦੇ ਕਿ ਸਾਡੇ ਤੋਂ ਖੋਣ ਨੂੰ ਫਿਰਦਾ ਭਾਈ ਸਾਡਾ ਸਾਰਾ ਕੁਛ। ਇੱਦਾਂ ਕਿੱਦਾਂ ਪੈਰ ਅਡਾਨੀ ਜ਼ਮੀਨ ਸਾਡੀ 'ਤੇ ਧਰ ਜਾਣਗੇ, ਤੈਨੂੰ ਲੱਗਿਆ ਹੋਣਾ ਇਹ ਤਾਂ ਪਿੰਡਾਂ ਵਾਲੇ ਡਰ ਜਾਣਗੇ। ਇਹ ਜਦ ਧੌਣ 'ਤੇ ਗੋਡਾ ਰੱਖਦੇ, ਦੁਸ਼ਮਣ ਭੱਜਣ ਨੂੰ ਰਾਹ ਲੱਭਦੇ, ਫਿਰ ਇਹ ਜਾਣ ਨਾ ਦਿੰਦੇ ਜੀ। ਜੇ ਇੱਦਾਂ ਹੋ ਜਾਣ, ਪਰ ਹਾਲੇ ਤਾਂ ਕੁਛ ਵੀ ਨਹੀਂ ਹੋਏ। ਜਿਵੇਂ ਮੋਦੀ ਸਾਹਿਬ ਨੇ ਪਿੱਛੇ ਜੇ ਇੱਕ ਲਾਈਵ 'ਚ ਕਿਹਾ ਕਿ ਇਹ ਕਹਿੰਦੇ ਪਏ ਨੇ ਸਾਡੀਆਂ ਜ਼ਮੀਨਾਂ ਖੋਹ ਲੈਣਗੇ, ਸਾਡੇ ਐਂ ਕਰ ਲੈਣਗੇ। ਖੋਈਆਂ ਤਾਂ ਨਹੀਂ, ਮੋਦੀ ਸਾਹਿਬ ਕਹਿ ਰਹੇ ਨੇ ਖੋਈਆਂ ਤਾਂ ਨਹੀਂ। ਉੱਦਾਂ ਹੀ ਮੈਨੂੰ ਇਹ ਦੱਸੋ ਮੋਦੀ ਸਾਹਿਬ, ਜਿਵੇਂ ਤੁਸੀਂ ਕਹਿੰਦੇ ਹੋ ਕਿ ਇਹ ਐਂ ਕਹਿੰਦੇ ਨੇ, ਕਿਸੇ ਨੇ ਕੁਛ ਕੀਤਾ ਤਾਂ ਨਹੀਂ, ਕਹਿੰਦੇ ਹੀ ਨੇ। ਜਦੋਂ ਕੋਈ ਕੁਛ ਕਰੂਗਾ ਫਿਰ ਤੁਸੀਂ ਕਹੋਗੇ ਇਹਨਾਂ ਨੇ ਇੱਦਾਂ ਦੀ ਉੱਥੇ ਅੱਗਾਂ ਲਾਤੀਆਂ, ਇੱਥੇ ਐਂ ਕਰਤਾ, ਉੱਥੇ ਐਂ ਕਰਤਾ, ਫਿਰ ਤੁਸੀਂ ਕਹੋ ਨਾ ਅੱਤਵਾਦੀ ਨੇ। ਉਹ ਤਾਂ ਆਰਾਮ ਨਾਲ ਬੈਠੇ ਨੇ, ਬੋਲਦੇ ਨੇ। ਬੋਲਣਾ ਤਾਂ ਹਰ ਬੰਦੇ ਨੂੰ ਹੱਕ ਹੈ ਕਿ ਆਪਣੇ ਹੱਕ ਲਈ ਅਸੀਂ ਲੜੀਏ, ਬੋਲੀਏ, ਗੱਲ ਕਰੀਏ। ਸਿਰਫ ਬੋਲ ਰਹੇ ਹਾਂ, ਕੋਈ ਉੱਥੇ ਤੁਹਾਨੂੰ ਤੰਗ ਨਹੀਂ ਕਰ ਰਿਹਾ, ਕਿਸੇ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਿਹਾ। ਤੁਹਾਡੇ ਉੱਥੇ ਜਿੰਨੇ ਆਲੇ ਦੁਆਲੇ ਲੋਕ ਨੇ ਉਹਨਾਂ ਨੂੰ ਮਿਲ ਕੇ ਦੇਖੋ, ਪੁੱਛ ਕੇ ਦੇਖੋ, ਕਹਿੰਦੇ ਆਹ ਤਾਂ ਪਤਾ ਨਹੀਂ ਕਿਹੜੇ ਰੱਬ ਰੂਪੀ ਬੰਦੇ ਆਏ ਨੇ ਜਿਨ੍ਹਾਂ ਨੇ ਸਾਨੂੰ ਲੰਗਰ ਇੱਦਾਂ ਚਲਾਤੇ, ਸਾਡੇ ਘਰਾਂ 'ਚ ਰੋਟੀ ਨਹੀਂ ਪੱਕਦੀ, ਸਾਨੂੰ ਤਾਂ ਸੌਖਾ ਹੋ ਗਿਆ। ਤੇ ਉਹ ਤਾਂ ਕਹਿੰਦੇ ਜੇ ਇੱਥੋਂ ਚਲੇ ਗਏ ਨਾ, ਤਕਲੀਫ ਸਾਨੂੰ ਉਦੋਂ ਹੋਣੀ ਹੈ। ਜੀ ਬਿਲਕੁਲ। ਝੁੱਗੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ, ਜਿੱਥੇ ਸਾਡਾ ਸਿੰਘੂ ਬਾਰਡਰ ਦੇ ਨਾਲ ਜਿੱਥੇ ਝੁੱਗੀਆਂ ਹੈਗੀਆਂ, ਉੱਥੋਂ ਦੇ ਬੱਚੇ ਜਵਾਕ ਉੱਥੋਂ ਦੇ ਇੰਨੇ ਖੁਸ਼ ਹੈਗੇ ਕਿ ਸਾਨੂੰ ਲੰਗਰ ਖਾਣ ਨੂੰ ਮਿਲ ਰਿਹਾ, ਸਾਨੂੰ 24 ਘੰਟੇ ਰੋਟੀ ਮਿਲ ਰਹੀ ਹੈ। ਤੇ ਜੋ ਉਹਨਾਂ ਨੂੰ ਪਹਿਲੇ ਨਹੀਂ ਨਸੀਬ ਹੁੰਦੀ ਸੀਗੀ, ਤੇ ਉਹ ਅੱਜ ਬਹੁਤ ਖੁਸ਼ ਨੇ। ਤੇ ਆਪਾਂ ਗੱਲ ਕਰੀਏ ਸਰਕਾਰ ਦੀ, ਤਾਂ ਉਹਨਾਂ ਨੂੰ ਇਹਦੇ 'ਤੇ ਵੀ ਚੁੰਡੀ ਲੱਗ ਰਹੀ ਹੈ ਕਿ ਲੰਗਰ ਵਿੱਚ ਪੀਜ਼ਾ ਦਿੱਤਾ ਜਾ ਰਿਹਾ। ਜਦੋਂ ਇੰਨੀਆਂ ਰੈਲੀਆਂ ਕੱਢਦੇ ਆ, ਇੰਨੇ ਲੋਕ ਇਕੱਠੇ ਹੁੰਦੇ ਆ, ਜੈਟ ਲੈ ਰਹੇ ਆਪਣਾ, ਪ੍ਰਾਈਵੇਟ ਜੈਟ, ਮੋਦੀ ਸਾਹਿਬ ਸਭ ਕੁਝ ਕਰ ਰਿਹਾ, ਬਟ ਜੇ ਲੰਗਰ ਦੇ ਵਿੱਚ ਪੀਜ਼ਾ ਖਵਾਇਆ ਜਾ ਰਿਹਾ, ਆ ਵੀ ਦਿਲ ਹੁੰਦਾ ਹੈ ਲੋਕਾਂ ਦਾ। ਮੈਨੂੰ ਇਹ ਦੱਸੋ, ਜਿਹੜਾ ਪੀਜ਼ਾ ਹੈ, ਜਿਹੜਾ ਪੀਜ਼ੇ ਦਾ ਬੇਸ ਹੈ, ਉਹ ਜੱਟ ਕਣਕ ਉਗਾਉਂਦਾ ਹੈ ਨਾ, ਉਹਦੇ ਤੋਂ ਬੇਸ ਬਣਦਾ ਹੈ। ਉੱਪਰ ਜੇ ਉਹ ਕੈਪਸੀਕਮ ਪਾਉਂਦੇ ਆ, ਓਲਿਵ ਪਾਉਂਦੇ ਆ, ਕੋਈ ਚੀਜ਼ ਉੱਪਰ ਪਾਉਂਦੇ ਆ, ਹਰ ਚੀਜ਼ ਜੱਟ ਦੇ ਖੇਤ ਦੇ ਵਿੱਚ ਪੈਦਾ ਹੁੰਦੀ ਹੈ। ਉਹ 'ਚ ਚੀਜ਼ ਪਾਇਆ ਜਾਂਦਾ, ਉਹ ਦੁੱਧ ਤੋਂ ਬਣਦਾ, ਉਹ ਜੱਟ ਜਿਹੜੀ ਡੇਅਰੀ ਫਾਰਮਿੰਗ ਕਰਦਾ। ਕਿਹੜੀ ਚੀਜ਼ ਹੈ ਜਿਹੜੀ ਸਾਡੇ ਆਪਣੇ ਕਿਸਾਨਾਂ ਦੇ ਖੇਤਾਂ ਦੀ ਨਹੀਂ, ਜਾਂ ਖੇਤਾਂ ਦੀ ਉਗਾਈ ਹੋਈ ਪੈਦਾਵਾਰ ਦੇ ਵਿੱਚੋਂ ਨਹੀਂ? ਜੇ ਉੱਥੇ ਪੀਜ਼ਾ ਉਹਦੇ ਵਿੱਚੋਂ ਬਣਾ ਵੀ ਲਿਆ, ਤੁਹਾਨੂੰ ਤਕਲੀਫ ਕਿਉਂ ਇਸ ਚੀਜ਼ ਦੀ? ਕੀ ਵੱਡਾ ਕਰ ਲਿਆ 'ਚ? ਤੁਸੀਂ ਅੰਦਰ ਬੈਠੇ ਕੀ ਕੁਛ ਖਾਂਦੇ ਹੋ? ਉਹ ਰੋਡਾਂ 'ਤੇ ਬੈਠ ਕੇ ਪੀਜ਼ਾ ਵੀ ਖਾਣਾ ਉਹਨਾਂ ਦਾ ਗੁਨਾਹ ਹੋ ਗਿਆ ਕੋਈ? ਸ਼ਰਮ ਕਰੋ ਮੋਦੀ ਸਾਹਿਬ, ਸ਼ਰਮ ਕਰੋ ਸੱਚੀ ਮੁੱਚੀ।
ਇਹ ਨਵਾਂ ਸਾਲ ਚੜ੍ਹ ਗਿਆ, ਨਵੇਂ ਸਾਲ 'ਚ ਜਲਦੀ ਜਲਦੀ ਮੰਨ ਜਾਓ ਤਾਂ ਕਿ ਕਿਸਾਨ ਵੀ ਆਪਣੇ ਬੱਚਿਆਂ ਨਾਲ ਘਰੇ ਜਾ ਕੇ ਨਵਾਂ ਸਾਲ ਮਨਾ ਸਕਣ। ਨਹੀਂ ਤੁਹਾਡੀ ਸਰਕਾਰ ਦਾ ਬਹੁਤ ਬੁਰਾ ਹਾਲ ਹੋਣਾ। ਕੁਰਸੀ ਤਾਂ ਤੁਹਾਨੂੰ ਮੁੜ ਕੇ ਜ਼ਿੰਦਗੀ 'ਚ ਨਸੀਬ ਨਹੀਂ ਹੋਣੀ, ਸ਼ਾਇਦ ਹੁਣ ਵੀ ਨਾ ਹੋਵੇ, ਪਰ ਇੰਨਾ ਕਹਿ ਹੁਣ ਬਖਸ਼ੇ ਜਾਓਗੇ। ਬਿਲਕੁਲ, ਜਿਹੜੇ ਵੀ ਵਾਅਦੇ ਸਰਕਾਰ ਕਰਦੀ ਹੈ ਅਕਸਰ ਉਹ ਭੁੱਲ ਜਾਂਦੀ ਹੈ। ਤੇ ਕੁਝ ਆਪਾਂ ਸਾਲ ਪਹਿਲੇ ਦੀ ਗੱਲ ਕਰੀਏ ਤਾਂ ਕਈ ਵਾਅਦੇ ਮੋਦੀ ਸਰਕਾਰ ਨੇ ਇਸ ਵਿੱਚ ਵੀ ਕੀਤੇ ਸੀਗੇ ਕਿ ਕਿਸਾਨ ਦੇ ਬਿੱਲ ਲੈ ਕੇ ਆਣਗੇ ਜ਼ਰੂਰ, ਬਟ ਉਹਨਾਂ 'ਚ ਬਦਲਾਵ ਇੰਨਾ ਦਾ ਕਰਨਗੇ ਕਿ ਕਿਸਾਨਾਂ ਲਈ ਵਧੀਆ ਹੋਏਗਾ। ਬਟ ਉਹਦੇ ਬਿਲਕੁਲ ਹੀ ਬਿਲਕੁਲ ਹੀ ਵਿਲੋਮ ਘਟਨਾ ਵਾਪਰੀ ਹੈ ਕਿ ਬਿਲਕੁਲ ਹੀ ਆਪੋਜ਼ਿਟ ਚੀਜ਼ ਉਹ ਕਰ ਰਹੇ ਨੇ ਕਿਸਾਨਾਂ ਲਈ। ਤੇ ਆ ਬੀਜੇਪੀ ਸਰਕਾਰ ਜਿਹੜੇ ਵੀ ਵਾਅਦੇ ਕਰਦੀ ਹੈ ਹਮੇਸ਼ਾ ਭੁੱਲ ਜਾਂਦੀ ਹੈ। ਤੇ ਕਈ ਤੁਸੀਂ ਉਹਨਾਂ ਦੇ ਸਟੇਟਮੈਂਟ ਸੁਣੋਗੇ ਨਾ, ਬਿਲਕੁਲ ਕੰਟਰਾਡਿਕਟਰੀ ਹੁੰਦੇ ਨੇ। ਜਿਹੜਾ ਉਹਨਾਂ ਨੇ ਕੀਤਾ ਹੈ ਵਾਅਦੇ ਤੇ ਜਿਹੜਾ ਉਹ ਆਪਣੇ ਅਪਲਾਈ ਕਰ ਰਹੇ ਨੇ ਇਸ ਟਾਈਮ, ਉਹ ਬਿਲਕੁਲ ਹੀ ਕੰਟਰਾਡਿਕਟਰੀ ਨੇ। ਪਹਿਲਾਂ ਲਾਈਵ ਦੇ ਵਿੱਚ ਮੈਂ ਦੇਖਿਆ ਸੀ ਕਿ ਮੋਦੀ ਸਾਹਿਬ ਬੋਲ ਰਹੇ ਨੇ ਕਿ ਅੱਜ ਅਸੀਂ 900 ਕਰੋੜ ਸ਼ਾਇਦ ਕਿਸਾਨਾਂ ਦੇ ਵਿੱਚ ਜਿਹੜਾ ਇਹਨਾਂ ਦੇ ਅਕਾਊਂਟਾਂ 'ਚ ਲਓ ਜੀ ਆਹ ਟਿਕ ਹੋਈ ਕੰਪਿਊਟਰ ਦੀ ਤੇ ਸਭ ਨੂੰ ਚਲਾ ਗਿਆ। 900 ਕਰੋੜ ਜਾਂ 18,000 ਕਰੋੜ ਸਮਥਿੰਗ। ਉਹ ਕੀ ਸੀਗਾ ਕਿ ਇੱਕ ਕਿਸਾਨ ਨੂੰ 2,000 ਰੁਪਈਆ ਮਿਲਣਾ। ਉਹ ਇਹ ਨਹੀਂ ਦੇਖਦੇ ਪਏ ਕਿ ਕਿੰਨੀ ਦੁਨੀਆ ਨੂੰ ਇਹ ਤੁਸੀਂ ਰੁਪਈਆ ਵੰਡਦੇ ਪਏ ਹੋ। ਜਿਹੜਾ 2,000 ਰੁਪਈਆ ਵੀ ਆ ਉਹ 4 ਮਹੀਨੇ ਬਾਅਦ ਇੱਕ ਅਕਾਊਂਟ ਦੇ ਵਿੱਚ ਆਉਣਾ। ਹੁਣ ਤੁਸੀਂ ਮੈਨੂੰ ਆਪ ਦੱਸੋ 2,000 4 ਮਹੀਨੇ ਦੇ ਵਿੱਚ ਆਇਆ ਤੇ 500 ਰੁਪਏ ਇੱਕ ਮਹੀਨਾ ਹੋ ਗਿਆ। 500 ਰੁਪਏ ਨਾਲ ਕਿਹੜਾ ਬੰਦਾ ਮੋਦੀ ਸਾਹਿਬ ਜਿਹੜਾ ਰੋਟੀ ਖਾ ਲੂਗਾ? ਘਰ ਦੇ ਵਿੱਚ 500 ਰੁਪਏ ਨਾਲ ਕੀ ਚੀਜ਼ ਲਿਆਊਗਾ ਦੱਸੋ ਤੁਸੀਂ? 500 ਛੱਡੋ, 2,000 ਨਾਲ ਵੀ ਲਿਆ ਕੇ ਦਿਖਾ ਦਿਓ ਤੁਸੀਂ। ਜੇ ਕੁਛ ਵੀ ਨਹੀਂ ਆਊਗਾ, ਤੁਸੀਂ ਘਰਾਂ 'ਚ ਬੈਠੇ ਰੋਟੀ ਖਾਂਦੇ ਹੋ ਜਾਂ ਤਾਂ ਤੁਹਾਨੂੰ ਆਟੇ ਨੂਣ ਦਾ ਭਾਅ ਨਹੀਂ ਪਤਾ ਹੈ ਨਾ, ਤੁਹਾਨੂੰ ਬੈਠੇ ਬਿਠਾਇਆ ਨੂੰ ਮਿਲਦੀ ਹੈ। ਛੜੇ ਬੰਦੇ ਨੂੰ ਵੈਸੇ ਵੀ ਪਤਾ ਕੀ ਹੋਣਾ ਹੈ ਨਾ। ਸਿਆਣੇ ਕਹਿੰਦੇ ਨੇ ਕਿ ਜਿਹਦਾ ਆਪਦਾ ਪਰਿਵਾਰ ਨਹੀਂ ਉਹਨੂੰ ਕਿਸੇ ਦੇ ਪਰਿਵਾਰ ਦਾ ਦੁੱਖ ਕਿੱਥੋਂ ਹੋਊਗਾ। ਇਸ ਲਈ ਸ਼ਾਇਦ ਤੁਹਾਨੂੰ ਦੁੱਖ ਨਹੀਂ ਪਤਾ ਹੈ ਕਿ ਉਹ ਬੱਚਿਆਂ ਨੂੰ ਉੱਥੇ ਮਾਤਾਵਾਂ ਨੂੰ ਛੋਟੀਆਂ ਬੱਚੀਆਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਉੱਥੇ ਤਕਲੀਫਾਂ ਕੀ ਨੇ, ਬਜ਼ੁਰਗਾਂ ਨੂੰ ਉੱਥੇ ਤਕਲੀਫਾਂ ਕੀ ਨੇ। ਕਿਉਂਕਿ ਤੁਹਾਡਾ ਕੋਈ ਸ਼ਾਇਦ ਆਪਣਾ ਕੋਈ ਬਾਲ ਬੱਚਾ ਹੈ ਨਹੀਂ ਗਾ, ਕਿਸੇ ਦਾ ਗੋਦ ਲੈ ਕੇ ਸੰਭਾਲ ਲਓ। ਵੈਸੇ ਤਾਂ ਪਰਜਾ ਤੁਹਾਡੇ ਬੱਚੇ ਹੁੰਦੇ ਨੇ, ਤੁਹਾਡੀ ਔਲਾਦ ਹੁੰਦੀ ਹੈ। ਸਰਕਾਰ ਨੂੰ ਇਹ ਸਮਝ ਜਾਣਾ ਚਾਹੀਦਾ ਹੈ, ਪਰ ਪਤਾ ਨਹੀਂ ਕਿਉਂ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਰੇਂਗਦੀ। ਸ਼ਰਮ, ਸਿਰਫ ਸ਼ਰਮ ਕਰੋ। ਇੱਕ ਵੀਡੀਓ ਬੜੀ ਵਾਇਰਲ ਹੋਈ ਸੀਗੀ ਇੰਟਰਨੈਟ ਤੇ ਜਿਹਦੇ ਇੱਕ ਛੋਟੀ ਜਿਹੀ ਕੁੜੀ ਕਹਿ ਰਹੀ ਹੈ ਕਿ ਮੋਦੀ ਜੀ ਮੈਂ ਤੁਹਾਨੂੰ ਮਨ ਕੀ ਬਾਤ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਕਰੋਨਾ ਹੋਇਆ ਤੁਸੀਂ ਕਿਹਾ ਕਿ ਭਾਂਡੇ ਥਾਲੀਆਂ ਖੜਕਾਓ, ਅਸੀਂ ਉਹ ਖੜਕਾਈਆਂ, ਸਭ ਕੁਝ ਕੀਤਾ। ਤੇ ਜਿਹੜੇ ਕਿਸਾਨ ਤੁਹਾਨੂੰ ਦਿਸ ਰਹੇ ਆ ਉਹਨਾਂ ਦੀ ਤਕਲੀਫਾਂ ਤੁਹਾਨੂੰ ਮਹਿਸੂਸ ਨਹੀਂ ਹੋ ਪਾ ਰਹੀਆਂ, ਅਸੀਂ ਤੁਹਾਡੇ ਕਹਿਣ ਤੇ ਥਾਲੀਆਂ ਵੀ ਵਜਾਤੀਆਂ, ਘੰਟੀਆਂ ਵੀ ਵਜਾਤੀਆਂ, ਸਭ ਕੁਝ ਕੀਤਾ। ਉਹ ਕਹਿੰਦੀ ਜਿਹੜਾ ਕਰੋਨਾ ਦਿਖਦਾ ਹੀ ਨਹੀਂ, ਤੁਸੀਂ ਉਹਦੇ ਲਈ ਸਾਤੋਂ ਆ ਸਾਰਾ ਕੁਝ ਕਰਵਾਇਆ। ਕਿਸਾਨ ਤਾਂ ਦਿਖਦੇ ਪਏ ਨੇ, ਤੁਹਾਨੂੰ ਉਹਨਾਂ ਦੀ ਤਕਲੀਫਾਂ ਨਹੀਂ ਦਿਖਦੀਆਂ। ਐਂਡ ਛੋਟੇ ਬੱਚੇ ਵੀ ਇਹ ਬੋਲਦੇ ਪਏ ਨੇ। ਐਂਡ ਮੋਦੀ ਸਾਹਿਬ ਐਡੀ ਉਮਰ ਹੋ ਕੇ ਵੀ ਸਮਝ ਨਹੀਂ ਲੱਗਦੀ, ਉਹਨਾਂ ਦੀ ਬ੍ਰੇਨ ਡੈਡ ਹੋ ਗਿਆ ਜਾਂ ਕੀ ਹੋ ਗਿਆ, ਉਹਨਾਂ ਨੂੰ ਸਮਝ ਕਿੱਥੇ ਚਲੀ ਗਈ। ਜਿਵੇਂ ਜਿਵੇਂ ਬੰਦਾ ਸਿਆਣਾ ਹੁੰਦਾ ਤਿਵੇਂ ਤਿਵੇਂ ਉਹਦੀ ਸੋਚ ਹੋਰ ਵੱਡੀ ਹੁੰਦੀ ਹੈ। ਤੁਸੀਂ ਤਾਂ ਪੂਰੀ ਦੁਨੀਆ ਨੂੰ ਕਹਿੰਦੇ ਹੋ ਅਸੀਂ ਰੋਜ਼ਗਾਰ ਦੇ ਦਿਆਂਗੇ, ਬੈਂਕਾਂ ਤੁਹਾਡੇ ਅਕਾਊਂਟ ਭਰ ਦਿਆਂਗੇ, ਤੁਹਾਨੂੰ ਫੋਨ ਦੇ ਦਿਆਂਗੇ, ਤੁਹਾਨੂੰ ਫਲਾਨਾ ਦੇ ਦਿਆਂਗੇ, ਕਰਜ਼ੇ ਮਾਫ਼ ਕਰ ਦਿਆਂਗੇ, ਤੁਹਾਡੀ ਬਿਜਲੀਆਂ ਮਾਫ਼ ਕਰ ਦਿਆਂਗੇ। ਤੁਸੀਂ ਤਾਂ ਮਾਫ਼ ਕਰਨਾ ਛੱਡੋ, ਤੁਸੀਂ ਵੈਸੇ ਹੀ ਕਿਸਾਨਾਂ ਨੂੰ ਮਾਫ਼ ਕਰ ਦਿਓ, ਬਖਸ਼ ਦਿਓ ਕਿਸਾਨਾਂ ਨੂੰ। ਕਿਸਾਨਾਂ ਦਾ ਜਿੰਨਾ ਬੁਰਾ ਹਾਲ ਪਹਿਲਾਂ ਹੋਇਆ ਨਾ, ਤੁਸੀਂ ਇਹਨਾਂ ਨੂੰ ਇੱਦਾਂ ਹੀ ਛੱਡ ਦਿਓ ਤਾਂ ਵੀ ਠੀਕ ਨੇ। ਆ ਜਿਹੜੇ ਕਾਨੂੰਨ ਨੇ ਇਹ ਨਾ ਲਾਗੂ ਕਰੋ। ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਧੱਕੇ ਨਾਲ ਕਿਉਂ ਦਿੰਦੇ ਹੋ, ਹੈ ਨਾ? ਜ਼ਰੂਰਤ ਨਹੀਂ ਸਾਨੂੰ ਇਹਨਾਂ ਚੀਜ਼ਾਂ ਦੀ। ਬਿਲਕੁਲ। ਤੇ ਸਾਡੇ ਸਾਰਿਆਂ ਦੇ ਵੱਲੋਂ ਆਹੀ ਅਪੀਲ ਹੈ ਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ, ਅਸੀਂ ਲੋਕਤੰਤਰ ਨੇਸ਼ਨ ਦੇ ਵਿੱਚ ਹੈਗੇ। ਸਭ ਤੋਂ ਪਹਿਲੀ ਗੱਲ ਤਾਂ ਪ੍ਰੋਟੈਸਟ ਕਰਨਾ ਪਹਿਲਾਂ ਹੀ ਬੰਦਾ ਸੀਗਾ, ਕਿਉਂਕਿ ਜਿਹੜਾ ਬਿੱਲ ਪਾਸ ਹੋਇਆ ਉਹ ਮੰਤਰੀਆਂ ਦੇ ਗੈਰ ਹਾਜ਼ਰੀ ਦੇ ਵਿੱਚ ਕੀਤਾ ਗਿਆ, ਕੋਈ ਵੋਟਿੰਗ ਨਹੀਂ ਹੋਈ। ਤਾਂ ਸਭ ਤੋਂ ਪਹਿਲਾਂ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਦੇ ਅਗੇਂਸਟ ਹੀ ਹੈ, ਡੈਮੋਕ੍ਰੇਸੀ ਦੇ ਅਗੇਂਸਟ ਹੈ। ਤੇ ਇਹੋ ਜਿਹੀ ਸਰਕਾਰ ਤੇ ਲਾਨਤ ਹੈ ਜੇ ਤੁਸੀਂ ਡੈਮੋਕ੍ਰੇਸੀ ਨੂੰ ਪ੍ਰਮੋਟ ਨਹੀਂ ਕਰ ਰਹੇ ਹੋ। ਤੇ ਉਸ ਤੋਂ ਇਲਾਵਾ ਜਿਹੜੇ ਤੁਸੀਂ ਬਿੱਲ ਪਾਸ ਵੀ ਕੀਤੇ ਨੇ, ਜੇ ਦੂਸਰੇ ਨੰਬਰ ਤੇ ਆ ਜਾਈਏ ਤਾਂ ਉਹ ਸਾਨੂੰ ਚਾਹੀਦੇ ਹੀ ਨਹੀਂ, ਤਾਂ ਤੁਸੀਂ ਕਿਉਂ ਪਾਸ ਕੀਤੇ ਨੇ? ਤੇ ਇੰਦਰਜੀਤ ਨਿਕੁੰਨ ਉਹਨਾਂ ਨੂੰ ਜਿਹੜੇ ਬੰਦਿਆਂ ਦੀ ਗੱਲ ਮੰਨੀ ਗਈ ਹੈ ਨਾ, ਉਹਨਾਂ ਨੂੰ ਉਹ ਜ਼ਰੂਰੀ ਨੇ, ਉਹਨਾਂ ਨੂੰ ਕਿਸਾਨ ਜ਼ਰੂਰੀ ਨਹੀਂ ਸ਼ਾਇਦ। ਇਸੇ ਕਰਕੇ ਉਹਨਾਂ ਨੇ ਸਾਡਾ ਕੋਈ ਵੀ ਬੰਦਾ ਉੱਥੇ ਨਾਲ ਜਦੋਂ ਇਹ ਕਾਨੂੰਨ ਲਾਗੂ ਕੀਤੇ ਨੇ ਨਹੀਂ ਬਿਠਾਇਆ ਉੱਥੇ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਇਹਨਾਂ ਤੋਂ ਕੀ ਲੈਣਾ, ਸਾਨੂੰ ਜਿਹੜੇ ਬੰਦੇ ਚਾਹੀਦੇ ਨੇ ਉਹ ਸਾਡੇ ਨਾਲ ਬੈਠੇ ਨੇ। ਕਿਉਂਕਿ ਉਹ ਕਹਿੰਦੇ ਨੇ ਕਿ ਜੋ ਤੁਹਾਡੀਆਂ ਇਲੈਕਸ਼ਨਾਂ ਹੁੰਦੀਆਂ, ਕੁਝ ਵੀ ਹੁੰਦਾ, ਕਿੰਨਾ ਫੰਡ ਚਾਹੀਦਾ ਸਾਨੂੰ ਤੁਸੀਂ ਉਹ ਦੱਸੋ। ਐਂਡ ਉਹਨਾਂ ਨੂੰ ਲੱਗਦਾ ਕਿਸਾਨਾਂ ਨੇ ਸਾਨੂੰ ਕੀ ਦੇਣਾ। ਪਰ ਮੋਦੀ ਸਾਹਿਬ ਜਿੰਨੇ ਤੁਸੀਂ ਟੈਕਸ ਲੈਂਦੇ ਪਏ ਹੋ ਨਾ ਸਾਤੋਂ, ਸਾਰੀ ਦੁਨੀਆ ਦਾ ਤੁਸੀਂ ਬੇੜਾ ਗਰਕ ਕੀਤਾ ਪਿਆ। ਤੇਲ ਕਿੰਨੇ ਮਹਿੰਗੇ ਕਰਤੇ, ਆਟਾ ਨੂਣ ਸਾਰੀਆਂ ਚੀਜ਼ਾਂ ਕਿੰਨੀਆਂ ਮਹਿੰਗੀਆਂ ਕਰਤੀਆਂ। ਕਦੇ ਬਾਹਰ ਨਿਕਲ ਕੇ ਦੇਖੋ ਦੁਨੀਆ ਦਾ ਹਾਲ ਕੀ ਹੋਇਆ ਪਿਆ। ਸਾਰੀ ਦੁਨੀਆ ਇਹ ਮੁਲਕ ਨੂੰ ਛੱਡ ਕੇ ਬਾਹਰ ਨੂੰ ਕਿਉਂ ਭੱਜਦੀ ਆ? ਕਦੇ ਸੋਚਿਆ ਤੁਸੀਂ? ਕਿਉਂਕਿ ਸਾਡੇ ਮੁਲਕ 'ਚ ਤੁਸੀਂ ਰਹਿਣ ਜੋਗਾ ਸਾਨੂੰ ਛੱਡਿਆ ਕੁਛ ਨਹੀਂ। ਜਦ ਤੱਕ ਇੱਥੋਂ ਪੰਜਾਬ ਦੇ ਵਿੱਚੋਂ ਨਾ ਫਸਲਾਂ ਤੁਹਾਨੂੰ ਕਣਕ ਚੌਲ ਸਾਰਾ ਕੁਛ ਮਿਲਦਾ ਸੀ, ਜਦ ਤੱਕ ਤੁਹਾਨੂੰ ਸਾਰਾ ਕੁਝ ਠੀਕ ਲੱਗਦਾ ਸੀ। ਹੁਣ ਜਦੋਂ ਪਾਣੀ ਡੂੰਘੇ ਚਲੇ ਗਏ ਤੁਹਾਨੂੰ ਮਹਿਸੂਸ ਹੋਣ ਲੱਗ ਗਿਆ ਵੀ ਨਾ ਹੁਣ ਇੱਥੇ ਕੀ ਰਿਹਾ, ਛੱਡੋ ਇਹਨਾਂ ਤੋਂ ਆਪਾਂ ਕੀ ਲੈਣਾ, ਇਹਨਾਂ ਨੇ ਹੁਣ ਸਾਨੂੰ ਕੀ ਉਗਾ ਕੇ ਦੇਣਾ। ਹੁਣ ਤੁਸੀਂ ਸਲਾਹਾਂ ਦੇਣ ਲੱਗੇ, ਤੁਸੀਂ ਇੱਥੇ ਆਹ ਫਾਰਮਿੰਗ ਕਰੋ, ਤੁਸੀਂ ਇੱਥੇ ਉਹ ਕਰੋ, ਤੁਸੀਂ ਆਹ ਕਰੋ।
ਇਹ ਨਾ ਦੋ ਸਲਾਹ ਸਾਨੂੰ। ਕਿਸਾਨ ਬਹੁਤ ਸਿਆਣੇ ਨੇ, ਕਿਸਾਨਾਂ ਦੇ ਬੱਚੇ ਬਹੁਤ ਸਿਆਣੇ ਨੇ, ਕਿਸਾਨਾਂ ਦੇ ਬੱਚੇ ਨਾਸਾ ਤੱਕ ਪਹੁੰਚ ਚੁੱਕੇ ਨੇ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੀਆਂ ਕੰਟਰੀਆਂ ਦੇ ਵਿੱਚ ਸਾਡੇ ਬੱਚੇ ਡਾਕਟਰ, ਇੰਜੀਨੀਅਰ, ਕਿਹੜੀਆਂ ਪੋਸਟਾਂ 'ਤੇ, ਪਾਰਲੀਮੈਂਟ ਤੱਕ ਸਾਡੇ ਬੱਚੇ ਉੱਥੇ ਕਿਸਾਨਾਂ ਦੇ ਬੱਚੇ ਨੇ। ਬਾਰਡਰਾਂ ਦੇ ਉੱਤੇ ਸਾਡੇ ਜਿਹੜੇ ਫੌਜੀ ਭਰਾ ਨੇ, ਇਹਨਾਂ ਕਿਸਾਨਾਂ ਦੇ ਬੱਚੇ ਨੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਪੂਰੀ ਦੁਨੀਆ ਨੂੰ ਕਿਸਾਨ ਤੇ ਕਿਸਾਨ ਦਾ ਬੱਚਾ, ਕਿਸਾਨ ਦਾ ਪਰਿਵਾਰ ਚਲਾ ਰਿਹਾ, ਤੇ ਤੁਸੀਂ ਉਸੇ ਕਿਸਾਨ ਨੂੰ ਮਾਰਨ ਲੱਗੇ ਹੋਏ ਹੋ। ਤੇ ਲੋਕਡਾਊਨ ਦੇ ਵਿੱਚ ਵੀ ਜਦੋਂ ਬਹੁਤ ਔਖਾ ਹੋ ਗਿਆ ਸੀਗਾ ਸਾਰੀ ਸਪਲਾਈ ਕਰਨੀ ਐਗਰੀਕਲਚਰ ਦੀ, ਸਾਰੇ ਪ੍ਰੋਡਿਊਸ ਦੀ, ਤੇ ਪੰਜਾਬੀ ਸੀਗੇ, ਪੰਜਾਬ ਤੋਂ 80% ਜਿਹੜਾ ਪ੍ਰੋਡਿਊਸ ਹੈ ਐਗਰੀਕਲਚਰ ਪ੍ਰੋਡਿਊਸ ਪੰਜਾਬ ਤੋਂ ਹੀ ਬਾਕੀ ਸਾਰੇ ਸਟੇਟਸ ਵਿੱਚ ਗਿਆ ਸੀਗਾ। ਤੇ ਕਹਿੰਦੇ ਆ ਕਿ ਉਸ ਤੋਂ ਬਾਅਦ ਕਹਿੰਦੇ ਆ ਕਿ ਪੰਜਾਬੀ ਹੀ ਕਿਉਂ ਪ੍ਰੋਟੈਸਟ ਕਰ ਰਹੇ ਆ। ਖੈਰ ਹੁਣ ਤਾਂ ਗੱਲ ਕਰੀਏ ਤਾਂ ਕਾਫੀ ਰਾਜਸਥਾਨ ਤੋਂ ਵੀ ਸਾਡੇ ਸਾਰੇ ਕਿਸਾਨ ਆਏ ਆ, ਬਟ ਜੇ ਗੱਲ ਕਰੀਏ ਜਦੋਂ ਸਾਡਾ ਇੰਡੀਪੈਂਡੈਂਸ ਦਾ ਟਾਈਮ ਸੀਗਾ, ਆਜ਼ਾਦੀ ਦਾ ਟਾਈਮ, ਉਦੋਂ ਵੀ 80% ਪੰਜਾਬੀ ਹੀ ਸੀਗੇ ਜਿਨ੍ਹਾਂ ਨੇ ਅੱਗੇ ਵੱਧ ਚੜ ਕੇ ਆਏ। ਤੇ ਫਿਰ ਉਹ ਸਾਨੂੰ ਕਹਿੰਦੇ ਕਿ ਪੰਜਾਬੀ ਹੀ ਕਿਉਂ। ਤੇ ਇੱਕ ਹੋਰ ਵੀ ਗਾਣਾ ਆਇਆ ਕਿ ਜਿਹੜਾ ਜੇ ਤਾਂ ਤੁਸੀਂ ਫਿਰ ਆ ਗਏ ਅੰਗਰੇਜ਼ ਵਿੱਚ ਤਾਂ ਫਿਰ ਯੋਗਾ ਲੈ ਕੇ ਤੁਸੀਂ ਆਜ਼ਾਦੀ ਲੈ ਲਿਓ। ਤੇ ਕਾਫੀ ਮਤਲਬ ਪੰਜਾਬੀ ਇਹੋ ਜਿਹੇ ਹੈ, ਸਾਡੀ ਕਲਮ 'ਚ ਇੰਨੀ ਤਾਕਤ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਬੜੇ ਟਿਕਾ ਕੇ ਕਹਿੰਦੇ ਹਾਂ ਕਿ ਕਦੀ ਇੱਧਰ ਉੱਧਰ ਦੀ ਗੱਲ ਨਹੀਂ ਕਰਦੇ। ਤੁਸੀਂ ਇੱਕ ਹੋਰ ਵੀ ਗੱਲ ਸੁਣਨ ਨੂੰ ਮਿਲੀ ਸੀਗੀ ਕਿ ਜਿਹੜਾ ਹੁਣ ਕਿਸਾਨ ਉੱਤੇ ਰੋਡਾਂ ਦੇ ਉੱਪਰ ਬੈਠੇ ਨੇ, ਰੋਡਸ ਦੇ ਉੱਪਰ ਬੈਠਿਆਂ ਨੂੰ ਜਿਹੜਾ ਇੰਨਾ ਪੈਸਾ ਆ ਰਿਹਾ ਉਹ ਕਿੱਥੋਂ ਆ ਰਿਹਾ? ਇਹ ਖਾਲਿਸਤਾਨੀਆਂ ਤੋਂ ਆ ਰਿਹਾ, ਫਲਾਨੀ ਜਗ੍ਹਾ ਤੋਂ ਆ ਰਿਹਾ, ਤੇ ਪਤਾ ਨਹੀਂ ਕੀ ਕੁਝ ਬੋਲੀ ਜਾ ਰਹੇ ਨੇ। ਇਹਨਾਂ ਨੂੰ ਪੁੱਛੋ ਜਦੋਂ ਇਹ ਤੋਂ ਪਹਿਲਾਂ ਜਗ੍ਹਾ ਤੇ ਜਿਹੜੇ ਫਲੱਡ ਆਏ ਨੇ, ਕਿਤੇ ਪ੍ਰੋਬਲਮਾਂ ਕਿੰਨੀਆਂ ਆਈਆਂ ਨੇ। ਖਾਲਸਾ ਏਡ ਵਰਗੇ ਸਾਡੇ ਭਰਾਵਾਂ ਨੇ ਕਿੱਥੇ ਜਾ ਕੇ ਲੰਗਰ ਲਾਏ, ਉਹਨਾਂ ਦੀ ਹੈਲਪ ਕੀਤੀ। ਜਦੋਂ ਤਾਂ ਕਦੇ ਕੋਈ ਸਰਕਾਰ ਬੋਲੀ ਨਹੀਂ ਕਿ ਆਹ ਫੰਡ ਕਿੱਥੋਂ ਆ ਰਹੇ ਨੇ। ਅੱਜ ਕਿਸਾਨ ਜਿਹੜੇ ਪੂਰੀ ਦੁਨੀਆ ਦਾ ਢਿੱਡ ਭਰਦੇ ਨੇ, ਆਪਣੇ ਲਈ ਜੇ ਉਹਨਾਂ ਨੂੰ ਕਿਤੋਂ ਪੈਸਾ ਆ ਰਿਹਾ ਜਾਂ ਅੰਨ ਪਹੁੰਚ ਰਿਹਾ ਉੱਥੇ, ਤਾਂ ਤੁਹਾਨੂੰ ਤਕਲੀਫ ਹੋ ਰਹੀ ਹੈ। ਕਿਉਂ ਬਈ? ਸਿਰਫ ਇੰਨੀ ਗੱਲ ਨਾਲ ਅਸੀਂ ਖਾਲਿਸਤਾਨੀ ਹੋ ਗਏ, ਇੰਨੀ ਗੱਲ ਨਾਲ ਅਸੀਂ ਆਤੰਕਵਾਦੀ ਹੋ ਗਏ? ਯਾਰ ਤੁਹਾਡੇ ਦਿਮਾਗ ਚਲੇ ਕਿੱਥੇ ਗਏ? ਤੁਹਾਨੂੰ ਸਰਕਾਰ 'ਚ ਬਿਠਾਇਆ ਕਿਹਨੇ ਆ? ਜਾਂ ਸਿਰਫ ਤੁਹਾਨੂੰ ਲੋਕ ਜਿਹੜੇ ਪਿੱਛੋਂ ਤੁਹਾਨੂੰ ਫੰਡ ਦਿੰਦੇ ਨੇ, ਸਿਰਫ ਉਹਨਾਂ ਦੇ ਕਹਿਣ 'ਤੇ ਤੁਸੀਂ ਚੱਲਦੇ ਹੋ, ਉਹਨਾਂ ਦੀਆਂ ਗੱਲਾਂ ਤੁਸੀਂ ਅੱਗੇ ਲੋਕਾਂ 'ਤੇ ਲਾਗੂ ਕਰਦੇ ਹੋ। ਤੁਹਾਡੇ ਆਪਦੇ ਬ੍ਰੇਨ ਨਹੀਂ ਹੈਗੇ, ਤੁਹਾਨੂੰ ਆਪ ਸਮਝ ਨਹੀਂ। ਤੁਸੀਂ ਸਰਕਾਰ ਹੋ, ਤੁਸੀਂ ਦੁਨੀਆ ਚਲਾਉਂਦੇ ਹੋ, ਤੇ ਜਿਹੜੇ ਦੁਨੀਆ ਦੇ ਵਿੱਚ ਤੁਹਾਡੇ ਆਪਣੇ ਨੇ, ਤੁਸੀਂ ਉਹਨਾਂ ਨੂੰ ਕਿਵੇਂ ਤਕਲੀਫਾਂ ਦੇ ਰਹੇ ਹੋ, ਕਿਵੇਂ ਰੋਡਾਂ 'ਤੇ ਬਿਠਾ ਕੇ ਭੁੱਖੇ ਮਾਰ ਰਹੇ ਹੋ ਤੁਸੀਂ ਉੱਥੇ। ਜੇ ਕਿਸਾਨ ਜਿਹੜਾ ਪੂਰੀ ਦੁਨੀਆ ਦਾ ਢਿੱਡ ਭਰਦਾ ਇਸ ਟਾਈਮ ਆਪਣਾ ਸਿਸਟਮ ਉੱਥੇ ਆਪ ਨਾ ਬਣਾਉਂਦਾ ਨਾ, ਕਿਉਂਕਿ ਕਿਸਾਨ ਦੇ ਨਾਲ ਪੂਰੀ ਦੁਨੀਆ ਖੜੀ ਆ ਮੋਦੀ ਸਾਹਿਬ, ਭੁੱਖਾ ਨਹੀਂ ਮਰੂ ਕਿਸਾਨ ਕਦੇ। ਉੱਥੇ ਜਿਹੜਾ ਅੰਦੋਲਨ ਹੈ ਨਾ, ਉਹ 2-4 ਸਾਲ ਵੀ ਚੱਲੀ ਜਾਵੇ ਤਾਂ ਵੀ ਫਰਕ ਨਹੀਂ ਪੈਣਾ। ਤੇ ਲੰਗਰ ਬਿਲਕੁਲ ਨਹੀਂ, ਲੰਗਰ ਕਦੇ ਵੀ ਨਹੀਂ ਰੁਕੂਗਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਇਹ ਕਦੇ ਮੁੱਕਣ ਵਾਲਾ ਹੈ ਹੀ ਨਹੀਂ। ਦੂਜੀ ਗੱਲ, ਜਿਹੜਾ ਜਦੋਂ ਭਗਤ ਸਿੰਘ ਉਹਨਾਂ ਦੇ ਟਾਈਮ 'ਤੇ ਉਹਨਾਂ ਦੇ ਪਿਤਾ ਜੀ ਨੇ ਕਹਿੰਦੇ ਅੰਗਰੇਜ਼ਾਂ ਦੇ ਸਮੇਂ 1907 ਦੇ ਵਿੱਚ ਸ਼ਾਇਦ ਇਹ ਇੱਦਾਂ ਦੇ ਕਾਲੇ ਕਾਨੂੰਨ, ਤਿੰਨੋਂ ਇੱਦਾਂ ਦੇ ਕਾਲੇ ਕਾਨੂੰਨ ਲੈ ਕੇ ਅੰਗਰੇਜ਼ ਆਏ ਸੀ। ਅਤੇ ਭਗਤ ਸਿੰਘ ਦੇ ਪਿਤਾ ਜੀ ਅਤੇ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਜੀ ਉਸ ਮੁਹਿੰਮ ਦੇ ਮੋਢੀ ਸੀ, ਅਤੇ ਉਹਨਾਂ ਦੇ ਫਾਦਰ ਸਾਹਿਬ ਪ੍ਰਧਾਨ ਸੀ ਉਸ ਦਿਨ। ਉਸ ਟਾਈਮ ਕਹਿੰਦੇ 8 ਮਹੀਨੇ ਸ਼ਾਇਦ 8 ਮਹੀਨੇ ਅੰਦੋਲਨ ਚੱਲਿਆ, ਅਤੇ 8 ਮਹੀਨੇ ਬਾਅਦ ਅੰਗਰੇਜ਼ਾਂ ਨੇ ਵੀ ਇਸ ਕਾਨੂੰਨ ਨੂੰ ਵਾਪਸ ਲੈ ਲਿਆ ਸੀ। ਅਤੇ ਤੁਹਾਨੂੰ ਇਹ ਗੱਲ ਦਾ ਪਤਾ ਹੈ, ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਇੱਕ ਇੱਦਾਂ ਦਾ ਕਾਨੂੰਨ ਲਾਗੂ ਕੀਤਾ ਗਿਆ। ਉੱਥੇ ਵੀ ਛੋਟਾ ਕਿਸਾਨ ਉਹਦੇ ਵਿੱਚ ਮਰਿਆ, ਉਹਨਾਂ ਨੇ ਸੁਸਾਈਡਸ ਕੀਤੇ। ਉਹ ਤੋਂ ਬਾਅਦ ਅਸਾਮ ਦੇ ਵਿੱਚ ਚਾਹ ਪੱਤੀ ਦੇ ਜਿਹੜੇ ਬਾਗ ਸੀ, ਉੱਥੇ ਵੀ ਇਹ ਕਾਨੂੰਨ ਲਾਗੂ ਕੀਤਾ ਗਿਆ, ਅਤੇ ਕਿਸਾਨਾਂ ਨੇ ਉੱਥੇ ਦੇ ਕਿਸਾਨਾਂ ਨੇ ਆਪਣੇ ਜਿਹੜੇ ਚਾਹ ਪੱਤੀ ਦੇ ਬਾਗ ਸੀ ਉਹਨਾਂ ਦੇ ਵਿੱਚ ਨੌਕਰੀਆਂ ਕੀਤੀਆਂ ਮਾਲਕੀਅਤ ਛੱਡ ਕੇ। ਜਦੋਂ ਕਿਸੇ ਵੀ ਜਗ੍ਹਾ 'ਤੇ ਕਾਨੂੰਨ ਅੱਗੇ ਨਹੀਂ ਚੱਲ ਸਕਿਆ, ਤੁਸੀਂ ਉਹ ਤੋਂ ਬਾਅਦ ਸਾਨੂੰ ਮਾਰਨ ਲਈ ਇਹ ਕਿਉਂ ਕਾਨੂੰਨ ਲਾਗੂ ਕਰਦੇ ਪਏ ਹੋ? ਪੂਰੀ ਦੁਨੀਆ ਤੁਹਾਡੇ ਬਰਖਲਾਫ ਆ ਕੇ ਖੜੀ ਹੋ ਗਈ, ਤੁਹਾਨੂੰ ਫਿਰ ਵੀ ਨਹੀਂ ਸਮਝ ਲੱਗ ਰਹੀ ਕਿ ਕਾਨੂੰਨ ਗਲਤ ਨੇ। ਕਿਹੜਾ ਤੁਹਾਡੇ ਗਰਦਨ 'ਚ ਕੀਲਾ ਅੜਿਆ ਜਿਹੜਾ ਤੁਹਾਨੂੰ ਹਿੱਲਣ ਨਹੀਂ ਦੇ ਰਿਹਾ ਉੱਥੋਂ? ਕਿਹਨੇ ਤੁਹਾਨੂੰ ਫੜ ਕੇ ਰੱਖਿਆ ਹੋਇਆ? ਕਿਉਂ ਅਡਾਨੀਆਂ ਬਾਨੀਆਂ ਦੇ ਪਿੱਛੇ ਲੱਗ ਕੇ ਤੁਸੀਂ ਪੂਰੀ ਦੁਨੀਆ ਦਾ ਬੇੜਾ ਗਰਕ ਕਰਦੇ ਹੋ? ਸ਼ਰਮ ਕਰੋ, ਇੱਕੋ ਵਰਡ ਵਾਰ-ਵਾਰ, ਸ਼ਰਮ ਕਰੋ ਮੋਦੀ ਸਾਹਿਬ। ਤੇ ਇੰਦਰਜੀਤ ਨਿੱਕੂ ਵੱਲੋਂ ਵੀ ਆਹੀ ਅਪੀਲ ਹੈ ਕਿ ਤੁਸੀਂ ਹੁਣ ਪਲੀਜ਼ ਅੰਬਾਨੀ ਅਡਾਨੀ ਦੇ ਸੀ ਇੰਦਰਜੀਤ ਨਿੱਕੂ ਤੇ ਇਹ ਵੀ ਅਪੀਲ ਕਰ ਰਹੇ ਨੇ ਸਰਕਾਰ ਨੂੰ ਕਿ ਜਿਹੜੇ ਤੁਸੀਂ ਕਾਲੇ ਕਾਨੂੰਨ ਦਿੱਤੇ ਨੇ ਸਾਨੂੰ ਨਹੀਂ ਚਾਹੀਦੇ, ਪਲੀਜ਼ ਵਾਪਸ ਲੈ ਲਓ। ਤੇ ਇੰਦਰਜੀਤ ਨਿੱਕੂ ਜੀ, ਮੈਂ ਆਸ਼ਾ ਕਰਦਾ ਹਾਂ ਕਿ ਸਰਕਾਰ ਤੁਹਾਡੀ ਗੱਲ ਸੁਣੇਗੀ ਤੇ ਅਮਲ ਵੀ ਜ਼ਰੂਰ ਕਰੇਗੀ। ਤੁਸੀਂ ਸਾਰੇ ਦੇਖਦੇ ਰਹੋ ਔਨ 에ਅਰ, ਸੀ ਹੋਰ ਸਿਤਾਰਿਆਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਸਾਹਮਣੇ ਇੰਟਰਵਿਊਜ਼ ਲੈ ਕੇ ਆਉਂਦੇ ਰਵਾਂਗੇ। ਮੈਂ ਹਾਂ ਜਸਨੂਰ ਤਮਨ ਵਿਦ ਕੈਮਰਾਮੈਨ ਹਰਜੀਤ।